ਸ੍ਰੀ ਨਾਨਕ ਪਾਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸੋਭ ਸਮਤ ਪਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਜਾਪਈ ਸ੍ਰੀ ਅੰਗਦ ਜੀ ਸੁਨਹੁ ਕਿਰਪਾਲਾ। ਸੰਧੂ ਗੋਤ ਨਾਮ ਮੋਹਿ ਬਾਲਾ। ਰਾਏ ਭੋਏ ਤਲਵੰਡੀ ਜੋਊ। ਵਤਨ ਜਨਮ ਹਮਰਾ ਹੈ ਸੋਊ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਤੇ ਬੋਹਿਤ ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੁਭਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਸ਼ਬਦ ਗੁਰਸਿੱਖਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਹਨ। ਗੁਰਿਆਈ ਭਾਈ ਲਹਿਣਾ ਜੀ ਨੂੰ ਮਿਲਦੀ ਹੈ। ਹੁਣ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਵਾਪਸ ਖਡੂਰ ਨਗਰ 'ਚ ਆ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਇੱਕ ਦਿਨ ਸੁਭਾਵਕ ਪੂਰਨਾ ਬਣਿਆ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸੰਸਾਰ ਦੇ ਭਲੇ ਦੇ ਲਈ 4 ਉਦਾਸੀਆਂ ਕੀਤੀਆਂ, ਜੀਵਾਂ ਦੀ ਕਲਿਆਣ ਮੁਕਤੀ ਕੀਤੀ, ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਾਲਪਨ ਯੁਵਾ ਕੌਤਕ ਕੋਈ ਸੁਣਾਵੇ ਤੇ ਅਸੀਂ ਉਹ ਲਿਖਾ ਦਈਏ, ਜਿਹਦੇ ਨਾਲ ਸੰਸਾਰ ਦਾ ਭਲਾ ਹੁੰਦਾ ਰਹੇਗਾ। ਇੱਧਰ ਤਲਵੰਡੀ ਦੇ ਵਿੱਚ ਜਦੋਂ ਭਾਈ ਬਾਲਾ ਜੀ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ, ਉਹਨਾਂ ਨੇ ਆ ਕੇ ਪੁੱਛਿਆ ਵੀ ਗੁਰਿਆਈ ਕਿਹਨੂੰ ਮਿਲੀ ਹੈ। ਤਾਂ ਇੱਕ ਸਿੱਖ ਨੇ ਦੱਸਿਆ ਵੀ ਗੁਰਿਆਈ ਭਾਈ ਲਹਿਣੇ ਨੂੰ ਮਿਲੀ। ਮਨ 'ਚ ਬੜਾ ਚਾਅ ਪੈਦਾ ਹੋਇਆ। ਨਾਲ ਦੀ ਨਾਲ ਉਹ ਤਲਵੰਡੀ ਤੋਂ ਚੱਲ ਕੇ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਆ। ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ ਤੇ ਸਤਿਗੁਰੂ ਜੀ ਹੁਣ ਭਾਈ ਬਾਲਾ ਜੀ ਨੂੰ ਪੁੱਛ ਰਹੇ ਨੇ, ਆਪ ਕਿੱਥੋਂ ਆਏ ਹੋ, ਕੌਣ ਹੋ? ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਔਰ ਰਸਤਾਂ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਸ੍ਰੀ ਅੰਗਦ ਜੀ ਸੁਨਹੁ ਕਿਰਪਾਲਾ, ਸੰਧੂ ਗੋਤ ਨਾਮ ਮੋਹਿ ਬਾਲਾ। ਇੱਕ ਪੰਕਤੀ। ਭਾਈ ਬਾਲਾ ਜੀ ਕਹਿਣ ਲੱਗੇ, ਪਾਤਸ਼ਾਹ ਮੇਰੀ ਬੇਨਤੀ ਸੁਣਨਾ ਕਰੋ। ਆਪ ਜੀ ਕਿਰਪਾ ਦੇ ਘਰੋਂ ਸੰਧੂ ਗੋਤ ਨਾਮ ਮੋਹਿ ਬਾਲਾ। ਪਾਤਸ਼ਾਹ ਜੀ ਨਾਮ ਜਿਹੜਾ ਹੈ ਉਹ ਮਾਤਾ ਪਿਤਾ ਨੇ ਬਾਲਾ ਰੱਖਿਆ। ਜ਼ਿਮੀਂਦਾਰੇ ਨਾਲ ਸੰਬੰਧ ਹੈ। ਸੰਧੂ ਗੋਤ ਕਰਕੇ ਜਾਣੇ ਜਾਂਦੇ ਆ। ਰਾਏ ਭੋਏ ਤਲਵੰਡੀ ਜੋ। ਰਾਏ ਭੋਏ ਦੀ ਜੋ ਤਲਵੰਡੀ ਹੈ। ਵਤਨ ਜਨਮ ਹਮਰਾ ਹੈ ਸੋ। ਉੱਥੇ ਹੀ ਸਾਡਾ ਜਨਮ ਹੋਇਆ, ਉਹੀ ਸਾਡਾ ਵਤਨ ਨਗਰ ਇਲਾਕਾ ਹੈ। ਗੁਰ ਦਰਸ਼ਨ ਕੀ ਲਾਲਸ ਭੂਰੀ। ਆਪ ਜੀ ਦੇ ਦਰਸ਼ਨ ਕਰਨ ਦੀ ਮਨ ਵਿੱਚ ਤੀਵਰ ਇੱਛਾ ਹੋਈ। ਯਾਤੇ ਹੋਂ ਚਲ ਆਏ ਹਦੂਰੀ। ਇਸ ਕਰਕੇ ਆਪ ਜੀ ਦੇ ਹਜੂਰ ਪਹੁੰਚਿਆ। ਅਜ ਰਜ ਜਰਨ ਉਰ ਧੀਰਜ ਧਾਰੀ। ਜਰਨੋਂ ਜਰਨ ਵਾਲੇ, ਧਰਤੀ ਨੂੰ ਧੀਰਜ ਰੱਖਣਾ ਸਿਖਾਉਣ ਵਾਲੇ। ਸੁਨੀ ਆਪ ਕੀ ਮਹਿਮਾ ਭਾਰੀ। ਆਪ ਜੀ ਦੀ ਮਹਿਮਾ ਵਡਿਆਈ ਗੁਰਸਿੱਖਾਂ ਦੇ ਕੋਲੋਂ ਸੁਣਦਾ ਕੀਤੀ। ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਦੇ, ਭਾਈ ਤੇਰਾ ਗੁਰੂ ਕੌਣ ਹੈ? ਕਰਹੁ ਉਚਾਰਨ ਨਿਜ ਮਤ ਜੋ ਹੈ। ਆਪਣਾ ਜਿਹੜਾ ਮਤ ਹੈ ਉਹ ਦੱਸਣਾ ਕਰੋ। ਮਧੁਰ ਬਚਨ ਸੁਭ ਮ੍ਰਿਦਲ ਸੁਭਾਉ। ਕਿ ਤੁਹਾਡਾ ਜਿਹੜਾ ਬੋਲਣਾ ਹੈ ਇੰਨਾ ਪਿਆਰ ਦੇ ਨਾਲ ਮਿੱਠਾ ਨਰਮ। ਵਿਸਿਅਨ ਬਾਉ ਸਪਰਸ ਨ ਕਾਉ। ਇੱਥੋਂ ਪਤਾ ਚੱਲਦਾ ਹੈ ਵੀ ਵਿਸ਼ੇ ਵਿਕਾਰਾਂ ਦੀ ਜਿਹੜੀ ਹਵਾ ਹੈ ਉਹਨੇ ਕਦੇ ਤੁਹਾਨੂੰ ਛੂਹਿਆ ਵੀ ਨਹੀਂ ਹੈ, ਨੇੜੇ ਵੀ ਨਹੀਂ ਆਈ ਕਦੇ। ਇੱਥੋਂ ਪਤਾ ਚੱਲਦਾ ਹੈ, ਮਨੁੱਖ ਦੇ ਬੋਲਣ ਤੋਂ ਪਤਾ ਚੱਲਦਾ ਹੈ ਕਿ ਇਹ ਕਿੱਥੇ ਟਿਕਿਆ ਹੋਇਆ ਹੈ।
ਦੋ ਥਾਂ ਤੋਂ ਮਨੁੱਖ ਬੋਲਦਾ ਹੈ। ਆਪਾਂ ਸਿਰਫ ਇੰਨਾ ਹੀ ਜਾਣਦੇ ਆ ਵੀ ਬੰਦਾ ਮੂੰਹ ਤੋਂ ਬੋਲਦਾ ਹੈ। ਧਰਮ ਕਹਿੰਦਾ ਵੀ ਨਹੀਂ, ਦੋ ਥਾਂ ਤੋਂ ਬੋਲਦਾ ਮੂੰਹ ਤੋਂ ਹੀ ਹੈ, ਪਰ ਟਿਕਾਣਾ ਦੋ ਥਾਂ ਤੋਂ ਹੈ। ਇੱਕ ਬੋਲਣਾ ਕੰਠ ਤੋਂ, ਸਿਰਫ ਗਲੇ ਤੋਂ। ਇੱਕ ਬੋਲਣਾ ਹਿਰਦੇ ਤੋਂ। ਇਹਨਾਂ ਦੋਵਾਂ 'ਚ ਫਰਕ ਹੈ। ਮਾਂ ਬੱਚੇ ਨੂੰ ਕਿੰਨੀਆਂ ਗਾਲਾਂ ਕੱਢਦੀ ਹੈ। ਪੰਜਾਬੀ ਦੀਆਂ ਗਾਲਾਂ ਪਤਾ ਹੀ ਹੈ, ਜੋ ਮਾਵਾਂ ਦਿੰਦੀਆਂ ਸਭ ਨੇ ਖਾਧੀਆਂ ਨੇ, ਚੱਲਦੀਆਂ ਨੇ ਹੁਣ ਵੀ, ਪਰ ਉਹਦਾ ਅਸਰ ਬੱਚੇ ਤੇ ਕੋਈ ਨਹੀਂ, ਨਾ ਮਾਂ ਤੇ ਅਸਰ ਹੈ, ਕਿਉਂਕਿ ਉਹ ਸਾਰਾ ਕੁਝ ਗਲੋਂ ਹੀ ਬੋਲਦੀ ਹੈ, ਕੰਠ ਤੋਂ ਹੀ ਬੋਲਦੀ ਹੈ। ਬੱਚੇ ਨੂੰ ਕਹਿਣ ਦੇ ਵਿੱਚ ਕੋਈ ਵੈਰ ਭਾਵਨਾ ਨਹੀਂ ਹੈ ਉਹਦੇ ਅੰਦਰ, ਕੋਈ ਮਾਂ ਬੱਚੇ ਦੀ ਦੁਸ਼ਮਣ ਨਹੀਂ ਹੈ। ਇਸ ਕਰਕੇ ਨਾ ਬੱਚੇ ਤੇ ਅਸਰ ਹੋ ਰਿਹਾ ਹੈ ਤੇ ਨਾ ਮਾਂ ਤੇ ਅਸਰ ਹੋ ਰਿਹਾ ਹੈ, ਅਸਰ ਨਹੀਂ ਹੈ। ਹੁਣ ਉਹੀ ਗੱਲ ਜੇ ਕਿਸੇ ਹੋਰ ਨੂੰ ਕਹਿ ਦੇਵੇ, ਫਿਰ ਵੇਖੋ ਕੀ ਬਣਦਾ। ਕਿ ਤੂੰ ਕਿਹਾ ਕਿਉਂ ਹੈ ਸਾਡੇ ਬੱਚੇ ਨੂੰ? ਬੱਚਾ ਵੀ ਜਾ ਕੇ ਦੱਸਦਾ ਵੀ ਉਹਦੀ ਮੰਮੀ ਨੇ ਮੈਨੂੰ ਐਂ ਕਿਹਾ। ਇੱਕ ਹੁੰਦਾ ਹੈ ਹਿਰਦੇ ਤੋਂ ਬੋਲਣਾ, ਅੰਦਰੋਂ ਬੋਲਣਾ। ਉੱਥੇ ਸ਼ਬਦ ਨਹੀਂ ਹੋਇਆ ਕਰਦੇ। ਉਹਨੂੰ ਬਾਣੀ ਸਤਿਗੁਰਾਂ ਜੀ ਦੀ ਕਹਿੰਦੀ ਹੈ ਵੀ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਮਾਤਾ ਇੱਕ ਅਸੀਸ ਦਿੰਦੀ ਆ ਆਪਣੇ ਬੱਚੇ ਨੂੰ। ਹੁਣ ਉਹ ਕੰਠ ਤੋਂ ਨਹੀਂ, ਉਹ ਹਿਰਦੇ ਚੋਂ ਦਿੰਦੀ ਹੈ। ਉਹ ਅਸੀਸ ਅੰਦਰੋਂ ਨਿਕਲਦੀ ਹੈ। ਇਸ ਲਈ ਸਾਡਾ ਬੋਲਣਾ ਜਿਹੜਾ ਹੈ ਉਹ ਦੋ ਪ੍ਰਕਾਰ ਦਾ। ਅਸੀਂ ਕਿੱਥੋਂ ਬੋਲਦੇ ਹਾਂ? ਬੜਾ ਗਹਿਰਾ। ਮੈਨੂੰ ਇੱਕ ਵਾਰ ਟੈਸਟ ਤੇ ਲਾਇਆ ਤੇ ਮੈਂ ਮੰਗਲ ਕਰਦਿਆਂ ਕਰਦਿਆਂ ਜਾ ਕੇ ਰਿਪੋਰਟ ਕਰਤੀ। ਮੈਂ ਕਿਹਾ ਜੀ ਠੀਕ ਹੈ। ਮੈਨੂੰ ਕਹਿੰਦੇ ਹਾਲੇ ਤਾਂ ਉਹ ਮੰਗਲ ਕਰ ਰਿਹਾ, ਉਹਨੇ ਹੁਕਮਨਾਮਾ ਲਿਆ ਨਹੀਂ, ਕਥਾ ਉਹਨੇ ਕੀਤੀ ਨਹੀਂ, ਤੂੰ ਪਹਿਲਾਂ ਹੀ ਆ ਕੇ ਕਹਿੰਦਾ ਵੀ ਠੀਕ ਹੈ। ਮੈਂ ਕਿਹਾ ਜੀ ਤੁਸੀਂ ਪਤਾ ਨਹੀਂ ਕੀ ਵੇਖਣਾ, ਪਰ ਮੈਂ ਵੇਖਦਾ ਵੀ ਬੰਦਾ ਬੋਲਦਾ ਕਿੱਥੋਂ ਹੈ। ਇਹ ਬੰਦਾ ਅੰਦਰੋਂ ਬੋਲਦਾ, ਜਿਹੜਾ ਅੰਦਰੋਂ ਬੋਲਦਾ ਉਹ ਸਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗਹਿਰਾਈ ਹੈ ਬੋਲਣ ਦੀ, ਗਹਿਰਾਈ ਹੈ। ਕਿੱਥੋਂ ਬੋਲਦਾ ਹੈ? ਬਾਬਾ ਜੀ ਠੀਕ ਹੈ, ਮੰਗਲ ਕਰਦੇ ਹਾਂ। ਮੈਂ ਕਹਿਤਾ ਵੀ ਠੀਕ ਹੈ। ਕਹਿੰਦਾ ਤੂੰ ਕਿਵੇਂ ਕਹਿਤਾ? ਮਹਾਂ ਜੀ ਮੈਂ ਵੇਖਦਾ ਵੀ ਬੰਦਾ ਬੋਲਦਾ ਕਿੱਥੋਂ ਹੈ। ਇਹਦੀ ਆਵਾਜ਼ ਬਹੁਤ ਗਹਿਰੀ ਹੈ, ਅੰਦਰੋਂ ਬੋਲਦਾ ਹੈ। ਜਿਹੜੇ ਸਿਮਰਨ ਕਰਨ ਵਾਲੇ ਅਭਿਆਸੀ ਨੇ ਨਾ, ਉਹ ਇਸ ਗੱਲ ਨੂੰ ਜਾਣਦੇ ਆ। ਆਵਾਜ਼ ਕੋਈ ਬਾਹਰੋਂ ਨਹੀਂ ਸੁਣਾਈ ਦਿੰਦੀ ਸਿਮਰਨ ਦੇ ਵਿੱਚ। ਆਪਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਬਾਹਰੋਂ ਸੁਣਾਈ ਦਿੱਤੀ, ਪਰ ਬਾਹਰੋਂ ਨਹੀਂ, ਆਵਾਜ਼ ਅੰਦਰਲੀ ਹੁੰਦੀ ਹੈ। ਕਿਤੇ ਜੀਵਨ ਪੜ੍ਹੋ ਸੰਤ ਬਾਬਾ ਈਸਰ ਸਿੰਘ ਜੀ ਰਾੜੇ ਵਾਲਿਆਂ ਦਾ, ਉਹਦੇ 'ਚ ਇੱਕ ਸਾਖੀ ਮਿਲੇਗੀ ਕਿ ਜਦੋਂ ਬਾਬਾ ਮਹਿੰਦਰ ਸਿੰਘ ਜੀ ਅਭਿਆਸ ਕਰਦੇ ਹੁੰਦੇ ਸੀ। ਜਿਹੜਾ ਅਭਿਆਸ ਆ ਉਦੋਂ ਕੁਟੀਆ ਦੇ ਵਿੱਚ ਹੁੰਦਾ ਸੀ, ਕੁਟੀਆ ਪਾਈ ਹੋਈ ਸੀ। ਆ ਪੱਖੇ ਮਹਿਲ ਮਨਾਰੇ ਨਹੀਂ ਸਨ। ਉਹ ਕਹਿੰਦੇ ਕਈ ਵਾਰੀ ਨਾ ਬਾਹਰ ਆ ਜਾਂਦੇ। ਬਾਬਾ ਜੀ ਪੁੱਛਦੇ ਮਹਿੰਦਰ ਸਿੰਘ ਤੂੰ ਬਾਹਰ ਆ ਗਿਆ? ਕਹਿੰਦਾ ਜੀ ਮੈਨੂੰ ਕੋਈ ਆਵਾਜ਼ ਸੁਣਾਈ ਦਿੰਦੀ ਹੈ। ਉਹ ਕਹਿੰਦੇ ਭਲਿਆ ਆਵਾਜ਼ ਬਾਹਰੋਂ ਨਹੀਂ ਆਉਂਦੀ, ਤੇਰੇ ਅੰਦਰੋਂ ਸੁਣਾਈ ਦਿੰਦੀ ਹੈ, ਬਾਹਰੋਂ ਨਹੀਂ ਹੈ। ਹੁਣ ਜੇ ਆਪਾਂ ਸਰੀਰ ਦੇ ਪੱਖ ਤੋਂ ਵੇਖੀਏ ਤਾਂ ਸਾਡਾ ਸਰੀਰ ਆਪਣੇ ਬੈਠਿਆਂ ਕਿੰਨਾ ਕੁ ਹੋਊਗਾ? 2-1.5 ਫੁੱਟ ਹੋਊਗਾ, 2.5 ਫੁੱਟ। ਹੁਣ ਵੱਧ ਤੋਂ ਵੱਧ, ਇਸ ਤੋਂ ਜ਼ਿਆਦਾ ਨਹੀਂ ਬੈਠਿਆ। ਪਰ ਉਹ ਜਿਹੜੀ ਆਵਾਜ਼ ਸੁਣਾਈ ਦਿੰਦੀ ਹੈ ਉਹਦੀ ਗਹਿਰਾਈ ਨਹੀਂ ਪਤਾ ਚੱਲਦੀ ਵੀ ਕਿੱਥੋਂ ਆਈ ਆਵਾਜ਼। 2-2.5 ਫੁੱਟ ਤੋਂ ਨਹੀਂ, ਗਹਿਰੀ ਆਵਾਜ਼ ਹੈ।
ਸੋ ਇਹ ਬੋਲਣ ਤੋਂ ਪਤਾ ਚੱਲਦਾ ਹੈ ਸਿਮਰਨ ਕਰਨ ਵਾਲਾ ਗਹਿਰਾ ਚੱਲਿਆ ਜਾਂਦਾ ਹੈ ਤੇ ਫਿਰ ਉਹਦੀ ਆਵਾਜ਼ ਤੋਂ ਗਹਿਰਾਈ ਵੇਖੀ ਜਾਂਦੀ ਹੈ। ਗਹਿਰਾ ਡੂੰਘਾ ਬੋਲਦਾ। ਸਤਿਗੁਰਾਂ ਜੀ ਨੇ ਭਾਈ ਬਾਲਾ ਜੀ ਨੂੰ ਸੁਣਿਆ ਬੋਲਦਿਆਂ ਤੇ ਨਾਲ ਦੀ ਨਾਲ ਪੁੱਛ ਲਿਆ ਵੀ ਤੇਰੀ ਆਵਾਜ਼ ਵਿੱਚ ਮਿਠਾਸ ਬਹੁਤ ਹੈ, ਬੜਾ ਪਿਆਰ ਹੈ, ਬੜਾ ਨਰਮ ਹੈ। ਇੱਥੋਂ ਪਤਾ ਲੱਗਦਾ ਹੈ ਵੀ ਵਿਸ਼ੇ ਵਿਕਾਰਾਂ ਦੀ ਹਵਾ ਤੇਰੇ ਕਦੇ ਨੇੜੇ ਵੀ ਨਹੀਂ ਲੰਘੀ। ਆਪਾਂ ਜਿਤਨੀ ਮਰਜ਼ੀ ਕੋਸ਼ਿਸ਼ ਕਰੀਏ ਆਪਣੇ ਅੰਦਰ ਨੂੰ ਛੁਪਾਉਣ ਦੀ, ਜੋ ਆਪਣੇ ਅੰਦਰ ਚੱਲ ਰਿਹਾ, ਮਨੁੱਖ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਪਰ ਜਿਹੜਾ ਅੰਦਰਲਾ ਚੱਲ ਰਿਹਾ ਨਾ, ਉਹਨੇ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਜ਼ੁਬਾਨ ਦੇ ਰਾਹੀਂ ਸਾਡੇ ਤੁਰਨ ਫਿਰਨ ਦੇ ਨਾਲ ਪ੍ਰਗਟ ਹੋ ਜਾਣਾ। ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਪਤਾ ਨਾ ਲੱਗੇ, ਨਾ ਅੱਖਾਂ ਦੱਸ ਦਿੰਦੀਆਂ ਵੀ ਠੀਕ ਨਹੀਂ ਹੈ, ਅੰਦਰੋਂ ਗੱਲਬਾਤ ਸਾਹਮਣੇ ਵਾਲਾ ਪਛਾਣ ਰਿਹਾ ਹੈ ਇਹਦੇ ਮਨ 'ਚ ਕੀ ਚੱਲਦਾ ਹੈ। ਸਾਡੇ ਜਿਹੜੇ ਗੱਲਾਂ ਸੁਣਦੇ ਆ ਆਪਾਂ, ਉਹਨਾਂ ਤੋਂ ਪਤਾ ਚੱਲਦਾ ਵੀ ਅੰਦਰ ਕੀ ਚਾਹੁੰਦਾ ਇਹ। ਬਾਹਰੋਂ ਜੋ ਮਰਜ਼ੀ ਬਣ ਜਾਓ, ਬਾਹਰੋਂ ਬਨਾਵਟ ਤਾਂ ਬਣਾਉਣੀ ਸੌਖੀ ਹੁੰਦੀ ਹੈ, ਪਰ ਸੰਬੰਧ ਅੰਦਰ ਨਾਲ ਹੈ। ਜੋ ਅੰਦਰ ਵਿਚਾਰ ਚੱਲ ਰਹੇ ਨੇ ਉਹ ਸਾਡੇ ਇੰਦਰੀਆਂ ਦੇ ਰਾਹੀਂ ਪ੍ਰਗਟ ਹੋ ਜਾਣਗੇ ਤੇ ਪਤਾ ਆਪੇ ਲੱਗ ਜਾਂਦਾ। ਹੁਣ ਬੰਦਾ ਆਪਣੇ ਆਪ ਨੂੰ ਜੋ ਮਰਜ਼ੀ ਸਮਝੇ, ਪਰ ਦੇਖਣ ਵਾਲੇ ਦੱਸਣਗੇ ਵੀ ਨਾ ਪਖੰਡੀ ਹੈ, ਪਤਾ ਲੱਗਦਾ ਹੈ। ਇਸ ਲਈ ਸਾਡੀ ਜਿਹੜੀ ਬਾਡੀ ਹੈ ਉਹ ਮਾਈਂਡ ਦੇ ਨਾਲ ਹੈ। ਜੋ ਮਾਈਂਡ 'ਚ ਚੱਲ ਰਿਹਾ ਬਾਡੀ ਉਸ ਤਰ੍ਹਾਂ ਹੀ ਕੰਮ ਕਰੇਗੀ। ਪਤਾ ਲੱਗ ਜਾਵੇ ਤੇਰੇ ਦਿਮਾਗ 'ਚ ਕੀ ਚੱਲਦਾ ਹੈ। ਸੋ ਇੱਥੇ ਪਹਿਚਾਣ ਹੈ। ਥੋੜ੍ਹੀ ਦੇਰ ਆਪਾਂ ਕਿਸੇ ਨੂੰ ਬੁੱਧੂ ਬਣਾ ਸਕਦੇ ਹਾਂ, ਧੋਖੇ 'ਚ ਰੱਖ ਸਕਦੇ ਹਾਂ, ਬਹੁਤੀ ਦੇਰ ਨਹੀਂ। ਕੂੜ ਮਲਮਾ ਪਾਜ ਲੈ ਜਾਸੀ, ਜਿਹੜਾ ਝੂਠ ਦਾ ਮਲਮਾ ਹੈ ਨਾ ਉਹ ਲੈ ਜਾਣਾ। ਹੁਣ ਪਿੱਤਲ ਦੇ ਗਹਿਣਿਆਂ ਨੂੰ ਆਪਾਂ ਨੇ ਸੋਨੇ ਦਾ ਪਾਣੀ ਫੇਰਤਾ, ਕਿੰਨੇ ਕੁ ਦੇਰ ਦਿਸਣਗੇ ਉਹ ਤਾਂ ਵਜਨੇ ਦੱਸ ਦਿੰਦਾ ਵੀ ਸੋਨੇ ਦੇ ਹੈ ਨਹੀਂ ਇਹ। ਇਸ ਲਈ ਇਹ ਪਖੰਡ ਬਹੁਤੇ ਦਿਨ ਨਹੀਂ ਚੱਲਣਾ, ਇਹ ਜ਼ਾਹਰ ਹੋ ਜਾਣਾ। ਸੋ ਇਸ ਤਰ੍ਹਾਂ ਤੇਰੇ ਬੋਲਣ ਦਾ ਤਰੀਕਾ, ਮੱਥਾ ਟੇਕਣ ਦਾ ਤਰੀਕਾ, ਗੁਰੂ ਦਰਬਾਰ ਦੇ ਵਿੱਚ ਆਉਣ ਦਾ ਤਰੀਕਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਦੂਸਰੇ ਦੇ ਮਨ ਤੇ ਪ੍ਰਭਾਵ ਪਾਉਂਦੇ, ਦੂਸਰੇ ਦੇ ਮਨ ਤੇ। ਇਸ ਲਈ ਹਰ ਇੱਕ ਥਾਂ ਦੀ ਮਰਿਆਦਾ ਹੈ। ਆਪਣੇ ਘਰ ਦੀ ਮਰਿਆਦਾ ਹੈ, ਸਕੂਲ ਦੀ ਮਰਿਆਦਾ ਹੈ, ਦਫ਼ਤਰ ਦੀ ਮਰਿਆਦਾ ਹੈ। ਇਸੇ ਤਰ੍ਹਾਂ ਹੀ ਇਹ ਗੁਰੂ ਦਰਬਾਰ ਦੀ ਵੀ ਮਰਿਆਦਾ ਹੈ। ਤੇ ਜਦੋਂ ਆਪਾਂ ਇੱਥੇ ਆ ਗਏ ਤੇ ਫਿਰ ਆਪਾਂ ਨੂੰ ਮਰਿਆਦਾ ਵਿੱਚ ਰਹਿਣਾ ਪੈਣਾ ਹੈ। ਇੱਥੇ ਆ ਗਏ ਉਲੰਘਣਾ ਨਹੀਂ। ਇਸ ਲਈ ਪੂਰੀ ਭਾਵਨਾ ਦੇ ਨਾਲ, ਭੈ ਦੇ ਵਿੱਚ ਰਹਿ ਕੇ ਆਉਣਾ ਗੁਰੂ ਕੇ ਦਰਬਾਰ ਦੇ ਵਿੱਚ, ਵੀ ਮੇਰੇ ਤੋਂ ਕੋਈ ਮਰਿਆਦਾ ਦੀ ਉਲੰਘਣਾ ਨਾ ਹੋ ਜੇ, ਕੋਈ ਖੁਨਾਮੀ ਨਾ ਹੋ ਜੇ। ਕਈ ਗੱਲਾਂ ਅਣਜਾਣਪਣੇ ਵਿੱਚ ਹੁੰਦੀਆਂ ਵੀ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ, ਉਹ ਸਿੱਖ ਲੈਣੀਆਂ ਚਾਹੀਦੀਆਂ। ਉਹ ਸਿੱਖ ਲਓ। ਮੇਰੇ ਇੱਕ ਵਾਹ ਪਿਆ ਬੜੇ ਬਜ਼ੁਰਗ ਨਾਲ, ਕੋਈ 80 ਸਾਲ ਦੀ ਉਮਰ, ਕਿ ਮੈਂ ਜਦੋਂ ਦਰਬਾਰ ਸਾਹਿਬ ਦੀ ਹਾਲਤ ਵੇਖੀ ਨਾ ਜਾ ਕੇ, ਮਸਤਾਨਾ ਕੰਮ ਸੀ ਬਿਲਕੁਲ, ਮੈਨੂੰ ਠੀਕ ਜਿਹਾ ਨਹੀਂ ਲੱਗਿਆ। ਤੇ ਮੈਂ ਗਿਆਨੀ ਜੀ ਨੂੰ ਕਿਹਾ, ਮੈਂ ਗਿਆਨੀ ਜੀ ਸੇਵਾ ਹੋਣ ਵਾਲੀ। ਕਹਿੰਦੇ ਕੋਈ ਨਹੀਂ, ਇਹਨਾਂ ਨੂੰ ਕਰਾ ਲਓ। ਸਮਾਂ ਹੁੰਦਾ ਸੀ, ਗਏ ਬਾਜ਼ਾਰ ਦੇ ਵਿੱਚ, ਪੀੜਾ ਸਾਹਿਬ ਨਵਾਂ ਬਣ ਗਿਆ, ਚਾਦਰਾਂ ਨਵੀਆਂ, ਤਲਾਈਆਂ ਨਵੀਆਂ, ਚੰਦੋਆ ਸਾਹਿਬ ਨਵਾਂ ਬਣ ਗਿਆ। ਤੇ ਉਹ ਵੇਖ ਕੇ ਕਹਿੰਦਾ, ਬਾਬਾ ਜੀ ਇਹ ਤੇ ਉਹਦੇ ਵਿੱਚ ਤਾਂ ਬਹੁਤ ਅੰਤਰ ਹੈ। ਮੈਂ ਇੰਨੀ ਦੇਰ ਕਹਿੰਦਾ ਵੀ ਐਂ ਕਰਦਾ ਰਿਹਾ। ਮੈਂ ਕਿਹਾ ਜੀ ਤੁਸੀਂ ਜੋ ਅਣਜਾਣਪੁਣੇ 'ਚ ਕੀਤਾ ਉਹਦਾ ਕੋਈ ਦੋਸ਼ ਨਹੀਂ ਹੈ, ਜੇ ਜਾਣ ਕੇ ਕੀਤਾ ਫਿਰ ਦੋਸ਼ੀ ਹੈ। ਤੇਰੀ ਭਾਵਨਾ ਦੱਸਦੀ ਹੈ ਵੀ ਤੂੰ ਜਾਣ ਕੇ ਨਹੀਂ ਇਹ ਕੀਤਾ, ਤੈਨੂੰ ਪਤਾ ਇੰਨਾ ਸੀ ਤੇ ਓਨਾ ਕਰਦਾ ਸੀ, ਤੈਨੂੰ ਕੋਈ ਦੋਸ਼ ਨਹੀਂ। ਜਾਣ ਕੇ ਕੋਈ ਕਰੇ ਉਹਦਾ ਦੋਸ਼ ਹੈ। ਉਹ ਬਹੁਤ ਰੋਇਆ ਕਰੇ, ਕਹਿੰਦਾ ਜੀ ਇਹ ਤਾਂ ਹੁਣ ਅਸਲ ਦੇ ਵਿੱਚ ਕਹਿੰਦਾ ਦਰਬਾਰ ਲੱਗਣ ਲੱਗਿਆ। ਮੈਂ ਕਿਹਾ ਦਰਬਾਰ ਪਹਿਲਾਂ ਵੀ ਬਸ ਥੋੜਾ ਜਿਹਾ ਹੀ ਤਰੀਕਾ ਹੀ ਹੁੰਦਾ ਹੈ, ਸਮਾਨ ਹੋਈ ਹੁੰਦਾ ਰਸੋਈ ਦੇ ਵਿੱਚ।
ਹੁਣ ਜੇ ਵੱਡੇ ਡੱਬੇ ਪਿੱਛੇ ਰੱਖ ਦੋ, ਛੋਟੇ ਅੱਗੇ ਰੱਖ ਦੋ, ਗੱਲ ਬਣ ਗਈ। ਜੇ ਹੁਣ ਵੱਡੇ ਅੱਗੇ ਰੱਖ ਕੇ ਫਿਰ ਵਿਗੜ ਜਾਂਦੀ ਗੱਲ। ਤਾਂ ਉਨੀ ਉਹ ਸਿਰਫ ਰੱਖਣ ਦੇ ਵਿੱਚ ਅੰਤਰ ਹੈ, ਸਮਾਨ ਤਾਂ ਉਹੀ ਹੈ, ਸਮਾਨ ਉਹੀ ਹੈ, ਬਸ ਰੱਖਣ ਦਾ ਸਲੀਕਾ ਹੈ ਵੀ ਕਿਵੇਂ ਟਿਕਾਉਣਾ ਉਹਨੂੰ, ਬਸ ਪਿਆ ਸੋਹਣਾ ਲੱਗੇ। ਵੇਖਿਆ ਫਰਕ ਕੋਈ ਨਹੀਂ ਪੈਂਦਾ, ਬਸ ਇੰਨਾ ਕੀ ਫਰਕ ਹੈ। ਸੋ ਕੁਝ ਗੱਲਾਂ ਨੇ ਜਿਹੜੀਆਂ ਅਣਜਾਣਪਣੇ ਵਿੱਚ ਹੁੰਦੀਆਂ ਨੇ, ਉਹਦਾ ਕੋਈ ਦੋਸ਼ ਨਹੀਂ, ਉਹ ਸਿੱਖ ਲੈਣਾ ਚਾਹੀਦਾ, ਪੁੱਛ ਲੈਣਾ ਚਾਹੀਦਾ। ਹਾਂ, ਜੇ ਜਾਣ ਕੇ ਕਰਾਂਗੇ ਫੇਰ। ਇਸ ਲਈ ਭੈ ਦੇ ਵਿੱਚ ਰਹਿ ਕੇ, ਆਦਬ ਦੇ ਵਿੱਚ ਰਹਿ ਕੇ ਆਪਾਂ ਨੇ ਇੱਥੋਂ ਕੁਝ ਖੱਟਣਾ ਗੁਰੂ ਦੇ ਕੋਲ ਆ ਕੇ। ਹੁਣ ਭਾਈ ਬਾਲਾ ਜੀ ਦੀ ਭਾਵਨਾ ਵੇਖੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਵਨਾ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਸਮਝਦੇ, ਮਾਲਕ ਭਾਵਨਾ ਹੀ ਵੇਖਦਾ ਹੈ। ਲੱਗਦਾ ਵੀ ਵਿਸ਼ੇ ਵਿਕਾਰਾਂ ਦੀ ਹਵਾ ਤੈਨੂੰ ਕਦੇ ਲੱਗੀ ਨਹੀਂ। ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਦੇ ਹਨ, ਹਾਥ ਬੰਦ ਬੋਲਿਓ ਬਚ ਬਾਲਾ। ਭਾਈ ਬਾਲਾ ਜੀ ਜਦੋਂ ਵੀ ਸਤਿਗੁਰਾਂ ਜੀ ਦੀ ਗੱਲ ਦਾ ਜਵਾਬ ਦਿੰਦੇ ਆ ਨਾ, ਉਹ ਹੱਥ ਜੋੜ ਲੈਂਦੇ। ਗਲ 'ਚ ਪੱਲਾ ਤਾਂ ਉਹਨਾਂ ਨੇ ਪਾਏ ਹੋਇਆ ਹੈ। ਹੱਥ ਜੋੜ ਕੇ ਭਾਈ ਬਾਲਾ ਜੀ ਕਹਿੰਦੇ ਹਨ, ਸਭ ਰਾਵਰ ਕੋ ਗਿਆਤ ਵਿਸਾਲਾ। ਕਹਿੰਦੇ ਪਾਤਸ਼ਾਹ ਵੀ ਐਸਾ ਤਾਂ ਨਹੀਂ ਹੋ ਸਕਦਾ ਵੀ ਆਪ ਜੀ ਨੂੰ ਮੇਰੇ ਬਾਰੇ ਕੁਝ ਨਾ ਪਤਾ ਹੋਵੇ, ਕਿਉਂਕਿ ਤੁਸੀਂ ਤਾਂ ਅੰਤਰਜਾਮੀ ਹੋ, ਤੁਹਾਨੂੰ ਤਾਂ ਕਰੋੜਾਂ ਬ੍ਰਹਿਮੰਡਾਂ ਦੀ ਜਾਣਕਾਰੀ, ਸਭ ਕੁਝ ਆਪ ਜੀ ਜਾਣਦੇ। ਆਪ ਜੀ ਜਾਣੀ ਜਾਣੋ ਤਦਪ ਜੋ ਤੁਮ ਪੁੱਛਨ ਅਨੁਸਾਰੀ। ਪਰ ਫਿਰ ਵੀ ਮਹਾਰਾਜ ਵਿੱਚ ਸਿੱਖ ਦਾ ਫਰਜ਼ ਹੈ, ਚਾਹੇ ਗੁਰੂ ਜੀ ਨੂੰ ਪਤਾ ਹੈ, ਪਰ ਜੇ ਗੁਰੂ ਜੀ ਪੁੱਛਦੇ ਆ ਨਾ, ਤਾਂ ਸਿੱਖ ਜਿਹੜਾ ਗੁਰੂ ਦੇ ਅਨੁਸਾਰੀ ਹੈ, ਗੁਰੂ ਨੂੰ ਪਤਾ ਹੈ। ਪਰ ਗੁਰੂ ਜੀ 10 ਵਾਰੀ ਪੁੱਛਣ, ਸਾਨੂੰ 20 ਵਾਰੀ ਪੁੱਛਣ, ਸਿੱਖ ਦਾ ਫਰਜ਼ ਹੈ ਵੀ ਉਹਨੇ ਦੱਸਣਾ ਹੈ। ਇਹ ਨਹੀਂ ਕਹਿਣਾ ਵੀ ਮੈਂ 10 ਵਾਰੀ 10 ਵਾਰੀ ਪੁੱਛ ਲੈਂਦਾ, ਸਿੱਖ ਨੇ ਨਹੀਂ ਬੋਲਣਾ। ਗੁਰੂ ਸਿੱਖ ਦਾ ਕੰਮ ਹੈ ਗੁਰੂ ਦੇ ਅਨੁਸਾਰ ਹੀ ਰਹਿਣਾ। ਸੁਨੋ ਆਪ ਮੈਂ ਕਹੂੰ ਸੁਧਾਰੀ। ਕਹਿਣ ਲੱਗੇ ਪਾਤਸ਼ਾਹ ਆਪ ਜੀ ਦਾ ਹੁਕਮ ਹੈ, ਕੋਸ਼ਿਸ਼ ਕਰਾਂਗਾ ਬਈ ਸਹੀ ਤਰੀਕੇ ਨਾਲ ਮੈਂ ਗੱਲ ਕਰ ਸਕਾਂ। ਕਰ ਨਹੀਂ ਸਕਦਾ, ਮੇਰੇ 'ਚ ਸਮਰੱਥਾ ਨਹੀਂ ਹੈ, ਕੋਸ਼ਿਸ਼ ਕਰਾਂਗਾ ਦੱਸਣ ਦੀ। ਸ਼੍ਰੀ ਨਾਨਕ ਜੀ ਮਮ ਗੁਰ ਪੂਰਨ। ਕਹਿੰਦੇ ਜੀ ਮੇਰਾ ਗੁਰੂ ਹੈ ਗੁਰੂ ਨਾਨਕ, ਔਰ ਗੁਰੂ ਨਾਨਕ ਉਹ ਗੁਰੂ ਹੈ ਜਿਹੜਾ ਪੂਰਨ ਗੁਰੂ ਹੈ। ਬਾਕੀ ਸਭ ਅਧੂਰੇ ਬੜੇ ਮਿਲ ਜਾਣਗੇ, ਪਰ ਪੂਰਨ ਕੌਣ ਹੈ? ਸਿਰਫ ਗੁਰੂ ਨਾਨਕ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ, ਸਭ ਤੋਂ ਵੱਡਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜੋ ਪੂਰਨ ਗੁਰੂ ਹਨ। ਕਲ ਕਲ ਮਲ ਰੁਜ ਪਦ ਰਜ ਚੂਰਨ। ਜਿਨ੍ਹਾਂ ਦੀ ਚਰਨ ਧੂੜੀ ਸਾਰੇ ਪਾਪਾਂ ਨੂੰ ਨਾਸ ਕਰਨ ਦੇ ਸਮਰੱਥ ਹੈ। ਗੁਰੂ ਦੀ ਚਰਨ ਧੂੜ ਲੈ ਲਓ, ਪਾਪ ਨਾਸ਼ ਹੋ ਜਾਣਗੇ। ਸਮਰੱਥ ਹੈ ਸਾਰੇ ਪਾਪਾਂ ਨੂੰ ਨਾਸ ਕਰਨ ਦੇ। ਦੰਭ ਮਤੰਗੈ ਕੋ ਸਰ ਕੇਸਰ। ਜਿਵੇਂ ਕਹਿੰਦੇ ਹਾਥੀ ਹੁੰਦਾ ਨਾ, ਹਾਥੀ ਵੱਡਾ ਤੇ ਬਹੁਤ ਹੁੰਦਾ ਹੈ, ਆਕਾਰ ਦੇ ਵਿੱਚ ਸ਼ੇਰ ਛੋਟਾ ਹੁੰਦਾ ਹੈ, ਪਰ ਸ਼ੇਰ ਹਾਥੀ ਦੇ ਉੱਤੇ ਭਾਰੂ ਹੈ। ਸ਼ੇਰ ਜਿਹੜਾ ਹੈ ਉਹ ਹਾਥੀ ਦਾ ਸ਼ਿਕਾਰ ਕਰ ਲੈਂਦਾ ਹੈ। ਜਿਹੜਾ ਪਖੰਡ ਹੈ ਉਹ ਹਾਥੀ ਦੀ ਨਿਆਈ ਹੈ। ਪਖੰਡ ਅਡੰਬਰ ਬਹੁਤ ਵੱਡਾ ਹੋਇਆ ਕਰਦਾ ਹੈ। ਤੇ ਸਾਡਾ ਜਿਹੜਾ ਮਨ ਹੈ ਉਹ ਅਡੰਬਰ ਨੂੰ ਹੀ ਵੇਖਦਾ ਹੈ, ਬਾਹਰ ਨੂੰ ਵੇਖਦਾ, ਤੇ ਬਾਹਰ ਨੂੰ ਵੇਖ ਵਾਹ ਜੀ ਵਾਹ, ਵਾਹ ਜੀ ਵਾਹ, ਬੱਲੇ 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 ਬੱਲੇ। ਮਨ ਦਾ ਸਾਡਾ ਸੁਭਾਅ ਹੈ ਅਡੰਬਰ ਵਿੱਚ ਫਸ ਜਾਂਦਾ ਹੈ। ਪਰ ਜੋ ਯੂਨੀਵਰਸਲ ਟਰੂਥ ਹੈ ਉਹ ਇਹ ਕਹਿੰਦਾ ਵੀ ਇਕੱਠ ਦੇ ਵਿੱਚ ਕਦੇ ਸਿਆਣੇ ਬੰਦੇ ਨਹੀਂ ਹੁੰਦੇ, ਸਿਆਣੇ ਬੰਦੇ ਨਹੀਂ ਹੋਇਆ ਕਰ। ਇਸ ਲਈ ਸਮਝਣ ਦੀ ਕੋਸ਼ਿਸ਼ ਕਰੋ ਬਈ ਧਰਮ ਦੇ ਵਿੱਚ ਇਕੱਠ ਦੀ ਕੋਈ ਮਹੱਤਤਾ ਨਹੀਂ ਹੈ। ਜੇ ਆਪਾਂ ਕਹੀਏ ਵੀ ਇਕੱਠ ਬਹੁਤ ਹੈ, ਨਹੀਂ, ਇਕੱਠ ਬਹੁਤ ਹੁੰਦਾ, ਬਾਅਦ ਵਿੱਚ ਦੇਖਿਓ ਵਿੱਚੋਂ ਕਿ ਨਿਕਲਦਾ ਕੌਣ ਹੈ, ਵਿੱਚੋਂ ਕੋਈ ਵੀ ਨਹੀਂ, ਇਕੱਠ 'ਚ ਨਹੀਂ। ਤੇ ਆਪਾਂ ਇਕੱਠ ਨੂੰ ਵੇਖਦੇ ਹਾਂ,
ਤੇ ਗੁਰੂ ਨਾਨਕ ਸਾਹਿਬ ਜੀ ਨੇ ਕਹਿਤਾ ਵੀ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਹੋਏ। ਨਵਾਂ ਖੰਡਾਂ ਵਿੱਚ ਜਾਣੀਐ, ਪਾਤਸ਼ਾਹ ਜੀ ਨੇ ਕਿਹਾ ਵੀ 9 ਹੀ ਖੰਡਾਂ ਦੇ ਵਿੱਚ ਤੇਰੀ ਜਾਣ, 9 ਖੰਡਾਂ ਵਿੱਚ ਤੈਨੂੰ ਜਾਣਦੇ ਹੋਣ, ਨਾਲ ਚੱਲੈ ਸਭ ਕੋਏ, ਤੇ ਤੇਰੇ ਨਾਲ ਸਾਰੇ ਚੱਲਦੇ ਹੋਣ, ਫਿਰ ਕੀ ਹੋ ਗਿਆ? ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਨਾਂ ਵੀ ਚੰਗਾ ਰਖਾ ਲਿਆ, ਜਸ ਕੀਰਤ ਜਗ ਲੈ, ਸੰਸਾਰ ਦੇ ਵਿੱਚ ਜਸ ਵੀ ਕਰਵਾ ਲਿਆ, ਕੀਰਤੀ ਵੀ ਲੈ ਲਈ, ਜਿੱਥੇ ਵੀ ਜਾਂਦਾ ਕੀਰਤੀ ਹੁੰਦੀ ਹੈ, ਜਸ ਹੁੰਦਾ ਪਿੱਛੇ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ। ਅੱਗੇ ਕਹਿੰਦੇ ਜੇ ਤੀਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ, ਕਹਿੰਦੇ ਜੇ ਮਾਲਕ ਦੀ ਨਜ਼ਰ ਨਾ ਹੋਈ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਹੈ। ਇਸ ਕਰਕੇ ਸਭ ਕੁਝ ਛੱਡ ਕੇ ਹੀਲਾ ਵਸੀਲਾ ਕਰ ਲੈ ਵੀ ਜਿਵੇਂ ਕਿਵੇਂ ਮਾਲਕ ਦੀ ਨਜ਼ਰ ਹੋ ਜੇ, ਉਹ ਕੁਝ ਕਰ, ਇਹਦੇ ਨਾਲ ਕੁਝ ਨਹੀਂ ਹੋਣਾ, ਛੱਡ ਦੇ ਬਾਹਰਲੇ ਡੰਬਰ ਤੋਂ। ਸੋ ਪਖੰਡ ਜਿਹੜਾ ਹੈ ਉਹ ਹਾਥੀ ਦੀ ਨਿਆਈ ਬਹੁਤ ਵੱਡਾ ਹੈ। ਭਾਉ ਭਗਤ ਕ੍ਰਿਖ ਜਗਤ ਸੋ ਜਲ ਧਰ। ਤੇ ਸਤਿਗੁਰੂ ਜੀ ਉਸ ਪਖੰਡ ਰੂਪੀ ਹਾਥੀ ਤੇ ਸ਼ੇਰ ਦੀ ਨਿਆਈ ਨੇ। ਗੁਰੂ ਜੀ ਪਖੰਡ ਦੇ ਉੱਤੇ ਭਾਰੂ ਨੇ। ਪਖੰਡ ਨਹੀਂ ਗੁਰੂ ਜੀ ਦੇ ਕੋਲ ਚੱਲਦਾ, ਜਿੰਨਾ ਮਰਜ਼ੀ ਕੋਈ ਕਰਦਾ। ਇਸ ਕਰਕੇ ਇੱਥੇ ਭਾਈ ਪਖੰਡ ਨਹੀਂ। ਭਾਉ ਦੀ ਪ੍ਰੇਮਾ ਭਗਤੀ ਜਿਹੜੀ ਖੇਤੀ ਹੈ, ਸੁਨ ਸ੍ਰੀ ਅੰਗਦ ਬਚਨ ਉਚਾਰਿਓ। ਉਹਦੇ ਉੱਤੇ ਸਤਿਗੁਰੂ ਜੀ ਆਪਣੀ ਕਿਰਪਾ ਦਾ ਮੀਂਹ ਪਾਉਂਦੇ ਨੇ। ਜਦੋਂ ਕੋਈ ਭਗਤੀ ਕਰਦਾ ਨਾ, ਨਾਮ ਜਪਦਾ, ਤੇ ਸਤਿਗੁਰੂ ਜੀ ਕਿਰਪਾ ਕਰਦੇ। ਐਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਐਸੀ ਕਿਰਪਾ ਸੰਸਾਰ ਦੇ ਉੱਤੇ ਕੀਤੀ, ਉਹ ਮੇਰੇ ਗੁਰੂ ਜੀ ਹਨ। ਸੁਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਤੁਮ ਗੁਰੂ ਨਾਨਕ ਰੂਪ ਨਿਹਾਰੋ। ਕਹਿਣ ਲੱਗੇ ਵੀ ਬਾਲਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਤੂੰ ਵੇਖਿਆ? ਉਹਨਾਂ ਨੂੰ ਜਾਣਦਾ ਤੂੰ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦੇ? ਭਾਈ ਬਾਲਾ ਜੀ ਨੂੰ ਸਤਿਗੁਰੂ ਜੀ ਪੁੱਛਦੇ ਹਨ, ਕਬ ਕੀ ਗੁਰ ਸਿੱਖੀ ਮਨ ਮਾਨੀ। ਕਹਿੰਦੇ ਵੀ ਕਿੰਨਾ ਕੁ ਸਮਾਂ ਹੋ ਗਿਆ ਕਿ ਜਦੋਂ ਦੇ ਤੁਸੀਂ ਸਿੱਖ ਬਣੇ, ਸਿੱਖੀ ਦੇ ਉੱਤੇ ਤੁਹਾਡਾ ਮਨ ਮੰਨਿਆ? ਮਨ ਮੰਨਣ ਦੀ ਗੱਲ ਹੈ ਵੀ ਜਦੋਂ ਕਿਸੇ ਚੀਜ਼ ਤੇ ਆਪਣਾ ਮਨ ਮੰਨ ਜਾਵੇ ਨਾ, ਫਿਰ ਆਪਾਂ ਕਦੇ ਮਹਿੰਗੀ ਸਸਤੀ ਨਹੀਂ ਵੇਖਦੇ ਹੁੰਦੇ, ਆਪਾਂ ਚੁੱਕ ਲੈਂਦੇ ਹਾਂ ਬਾਜ਼ਾਰ ਤੋਂ ਜਿਹੜੀ ਮਨ ਨੂੰ ਲੱਗੀ। ਉੱਥੇ ਕੋਈ ਹਿਸਾਬ ਕਿਤਾਬ ਨਹੀਂ, ਕਹਿੰਦੇ ਵੀ ਲੈ ਵੀ ਬਸ ਲੈ ਕੇ ਜਾਣਾ, ਮਨ ਨੂੰ ਲੱਗ ਗਈ। ਕਦੋਂ ਕਦਾ ਤੁਹਾਡਾ ਮਨ ਸਿੱਖੀ ਤੇ ਮੰਨਿਆ? ਕਦੋਂ ਕਦੀ ਸਿੱਖੀ ਧਾਰਨ ਕੀਤੀ? ਮਨ ਕਦੋਂ ਕਦਾ ਮੰਨਿਆ? ਗੱਲ ਮਨ ਨੂੰ ਮਨਾਉਣ ਦੀ ਹੈ ਨਾ, ਮਨ ਮੰਨ ਗਿਆ ਨਾ। ਕਦੋਂ ਕਦੇ ਤੁਸੀਂ ਸਿੱਖ ਬਣੇ ਹੋ? ਕਰਮ ਪ੍ਰੇਮ ਮਹਿ ਮਤ ਲਪਟਾਨੀ। ਕਿਉਂਕਿ ਤੁਹਾਡੀ ਜਿਹੜੀ ਮਤ ਹੈ ਉਹ ਪਰਮ ਪ੍ਰੇਮ ਦੇ ਵਿੱਚ ਲਪਟਾਨੀ, ਪੂਰੀ ਤਰ੍ਹਾਂ ਲਿਪਟੀ ਹੋਈ ਹੈ, ਮਿਲੀ ਹੋਈ ਹੈ ਪ੍ਰੇਮ ਦੇ ਵਿੱਚ। ਬਾਲਾ ਬੋਲਿਓ ਸੁਨਹੁ ਦਇਆਲਾ। ਭਾਈ ਬਾਲਾ ਜੀ ਹੱਥ ਜੋੜ ਕੇ ਸਤਿਗੁਰਾਂ ਜੀ ਨੂੰ ਬੇਨਤੀ ਕਰਦੇ, ਦਿਆਲੂ ਸਤਿਗੁਰੂ ਸੁਣਨਾ ਕਰੋ। ਤਿਨ ਕੇ ਸੰਗ ਰਹਿਓ ਚਿਰਕਾਲਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਲੰਮਾ ਸਮਾਂ ਮੈਨੂੰ ਆਪਣੇ ਨਾਲ ਰੱਖਿਆ। ਤੀਨ ਬਰਖ ਤਨ ਬੈਸ ਵਡੇਰੀ। ਜੇ ਮੈਂ ਗੱਲ ਕਰਾਂ ਤਾਂ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਦੇ ਵਿੱਚ 3 ਸਾਲ ਵੱਡਾ ਹੈ। 3 ਸਾਲ ਦਾ ਕੋਈ ਫਰਕ ਨਹੀਂ ਹੁੰਦਾ ਖਾਸ, ਹਾਨ ਪ੍ਰਮਾਣ। 3 ਸਾਲ ਉਮਰ ਵੱਡੀ ਹੈ ਮੇਰੀ। ਬਾਲ ਤਰਨ ਯਹ ਬੀਤੀ ਬਤੇਰੀ। ਪਰ ਕਹਿੰਦੇ ਮਹਾਰਾਜ ਮੇਰਾ ਬਚਪਨ, ਮੇਰੀ ਜਵਾਨੀ ਸਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਬਤੀਤ ਹੋਇਆ ਹੈ। ਮੈਂ ਨਾਲ ਹੀ ਰਿਹਾ ਸਤਿਗੁਰਾਂ ਜੀ ਦੇ ਬਚਪਨ ਦੇ ਵਿੱਚ, ਬਚਪਨ ਤੋਂ ਖੇਡਦੇ ਰਹੇ ਹਾਂ ਸਤਿਗੁਰਾਂ ਜੀ ਦੇ ਨਾਲ। ਬੜਾ ਲੰਮਾ ਸੰਗ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਾਪਤ ਹੋਇਆ। ਦੋਹਰਾ ਦਹ ਦਿਸ ਦਰਸ ਦਿਖਾਇਓ,
ਦਇਆ ਦ੍ਰਿਸ਼ਟ ਕੋ ਦੇਖ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਸਾਂ ਦਿਸ਼ਾਵਾਂ ਦੇ ਵਿੱਚ ਆਪਣੇ ਦਰਸ਼ਨ ਦਿੱਤੇ ਤੇ ਮੇਰੇ ਤੇ ਦਇਆ ਦ੍ਰਿਸ਼ਟੀ ਕੀਤੀ ਕਿ ਮੈਨੂੰ ਵੀ ਨਾਲ ਰੱਖ ਕੇ ਦਿਖਾਇਆ ਸਭ ਕੁਝ। ਨਿਕਟ ਰਹਿਤ ਤਿਨ ਚਰਨ ਹਮ, ਤਾਰਿਓ ਜਗਤ ਅਭਿਸ਼ੇਕ। ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗ ਦਾ ਨਿਸਤਾਰਾ ਕੀਤਾ ਹੈ ਕਿ ਅਸੀਂ ਉਹਨਾਂ ਸਤਿਗੁਰਾਂ ਜੀ ਦੇ ਨਾਲ ਰਹੇ, ਸੰਗਤ ਦੇ ਆਨੰਦ ਨੂੰ ਮਾਣਦੇ। ਦਇਆ ਐਨ ਸੁਨ ਬੈਨ ਏ, ਦੈਨ ਭਗਤ ਨਿਜ ਦਾਸ। ਦਇਆ ਦੇ ਘਰ ਸਤਿਗੁਰੂ ਜੀ ਜੋ ਆਪਣੇ ਭਗਤਾਂ ਨੂੰ ਭਗਤੀ ਦਾ ਦਾਨ ਦੇਣ ਵਾਲੇ ਹਨ। ਉਠ ਕਰ ਭੁਜ ਭਰ ਗਰ ਮਿਲੇ, ਉਰ ਤਰ ਪਰਮ ਹੁਲਾਸ। ਜਦੋਂ ਭਾਈ ਪਾਲਾ ਜੀ ਨੇ ਦੱਸਿਆ ਨਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੰਗ ਦੇ ਵਿੱਚ ਮੈਨੂੰ ਰੱਖਿਆ, ਸੰਗੀ ਬਣਾ ਕੇ ਰੱਖਿਆ, ਬੜਾ ਸਮਾਂ, ਬੜੇ ਦਰਸ਼ਨ ਕਰਾਏ ਗੁਰੂ ਨਾਨਕ ਸਾਹਿਬ ਜੀ ਨੇ। ਅਸੀਂ ਸੋਚ ਨਹੀਂ ਸਕਦੇ ਉੱਥੇ ਬਾਰੇ ਜਿੱਥੇ ਗੁਰੂ ਨਾਨਕ ਜੀ ਸਾਨੂੰ ਲੈ ਕੇ ਗਏ। ਜਿਉਂ ਹੀ ਸੁਣਿਆ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਖੜੇ ਹੋ ਜਾਂਦੇ, ਬਾਹਾਂ ਕੱਢ ਲੈਂਦੇ, ਭਾਈ ਬਾਲਾ ਜੀ ਨੂੰ ਆਪਣੀ ਗਲ ਬੱਕੜੀ ਦੇ ਵਿੱਚ ਲੈਂਦੇ ਹਨ। ਚੌਪਈ ਬਹੁਰ ਬਿਲੋਚਨ ਮੁਚਾ ਬਿਰਾਗਾ। ਗਲ ਬੱਕੜੀ ਵਿੱਚ ਲੈ ਲਿਆ ਭਾਈ ਬਾਲਾ ਜੀ ਨੂੰ ਤੇ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਆਂਸੂ ਡਿਗਣ ਲੱਗਦੇ ਹਨ ਬੈਰਾਗ ਦੇ। ਕਰ ਉਰ ਚਰਨਨ ਬਰ ਅਨੁਰਾਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਧੀਰ ਨ ਧਰੈ ਅਧਿਕ ਧਰ ਆਸੂ। ਆਂਸੂ ਡਿੱਗੀ ਜਾਂਦੇ, ਗਾਲਾ ਰੁਕ ਜਾਂਦਾ, ਕੋਈ ਗੱਲ ਨਹੀਂ ਹੁੰਦੀ। ਪਰਤ ਪ੍ਰੀਤ ਕੀ ਭਗਤ ਉਲਾਸੂ। ਇਹ ਜਿਹੜਾ ਭਗਤੀ ਦਾ ਹੁਲਾਰਾ ਪਰਮੇਸ਼ਰ ਦੇ ਪਿਆਰਿਆਂ ਨੂੰ ਹੁੰਦਾ, ਇਹ ਘੱਟ ਵੱਧ ਤਾਂ ਨਹੀਂ ਹੁੰਦਾ ਕਦੇ। ਇਹਨੂੰ ਇਸ ਤਰ੍ਹਾਂ ਸਮਝਣਾ ਹੈ ਵੀ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ। ਹੁਣ ਜੇ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ ਤਾਂ ਉਹਦੇ ਨਾਲ ਸਮੁੰਦਰ ਦੇ ਤਾਲ ਨੂੰ ਕੋਈ ਫਰਕ ਨਹੀਂ ਪੈਂਦਾ, ਪਾਣੀ ਤਾਂ ਉਨਾ ਹੀ ਰਹਿੰਦਾ। ਇਸ ਤਰ੍ਹਾਂ ਇਹਦੇ ਵਿੱਚ ਘਾਟੇ ਵਾਧੇ ਵਾਲੀ ਕੋਈ ਗੱਲ ਨਹੀਂ ਹੁੰਦੀ, ਬਸ ਇੱਕ ਲਹਿਰ ਉੱਠਣ ਦੀ ਤਰ੍ਹਾਂ ਹੁੰਦੀ ਹੈ। ਇਉਂ ਲਹਿਰਾਂ ਉੱਠਦੀਆਂ ਪ੍ਰੇਮ ਦੀਆਂ ਪ੍ਰੇਮ ਦੇ ਸਮੁੰਦਰ ਦੇ ਵਿੱਚ। ਸਵਿਤਾ ਅਸਤ ਨਿਸਾ ਹੋਏ ਆਈ। ਸੂਰਜ ਛੁਪ ਜਾਂਦਾ, ਸਵਿਤਾ ਨਿਸ ਹੋਏ ਆਈ, ਇਹ ਰਾਤ ਪੈ ਜਾਂਦੀ। ਪਾਤਸ਼ਾਹ ਜੀ ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਿੰਨਾ ਪਿਆਰ ਸਤਿਗੁਰੂ ਜੀ ਗੁਰੂ ਦੇ ਸਿੱਖਾਂ ਨੂੰ ਕਰਦੇ, ਔਰ ਵਡਿਆਈ ਕਿੰਨੀ ਵੱਡੀ ਕਿ ਗੁਰਸਿੱਖਾਂ ਦੀ ਹਮ ਧੂੜ ਦੇ ਹਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਦੀ ਚਰਨ ਧੂੜ ਦਾ ਕਿੰਨਾ ਮਹੱਤਵ। ਪਰ ਗੁਰਸਿੱਖ ਹੋਵੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੁ ਭਲ ਕੇ ਉਠਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਕ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ ਗੁਰ ਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ। ਗੁਰਸਿੱਖ ਦੀ ਵਿਆਖਿਆ ਹੈ ਐਸਾ ਗੁਰਸਿੱਖ ਗੁਰੂ ਦੇ ਅਨੁਸਾਰ ਹੀ, ਜਿਹਦਾ ਕੋਈ ਵੀ ਕਰਮ ਆਪਣੀ ਮਰਜ਼ੀ ਅਨੁਸਾਰ ਨਹੀਂ ਹੈ, ਗੁਰੂ ਦੇ ਅਨੁਸਾਰ ਹੀ ਹੈ। ਉਹ ਕਿਸੇ ਦੀ ਨਹੀਂ ਸੁਣਦਾ। ਲੋਕ ਕੀ ਕਹਿਣਗੇ ਜੀ ਇਹ ਕਰਨ ਦੇ ਨਾਲ ਨਾ, ਉਹ ਕਹਿੰਦੇ ਵੀ ਮੈਂ ਤਾਂ ਆਪਣੇ ਗੁਰੂ ਦਾ ਦੇਖਣਾ ਹੈ, ਮੈਂ ਤਾਂ ਆਪਣੇ ਗੁਰੂ ਦੀ ਖੁਸ਼ੀ ਲੈਣੀ ਹੈ। ਜਿਹੜੀ ਖੁਸ਼ੀ ਗੁਰੂ ਨੇ ਦੇਣੀ ਹੈ ਉਹ ਸੰਸਾਰ ਦੇ ਵਿੱਚ ਸਾਨੂੰ ਕੋਈ ਵੀ ਨਹੀਂ ਦੇ ਸਕਦਾ। ਜਿਹਦੇ ਵਾਸਤੇ ਜੋ ਮਰਜ਼ੀ ਕਰ ਲਓ, ਕੋਈ ਨਹੀਂ ਦੇ ਸਕਦਾ। ਇੱਕ ਨਾ ਇੱਕ ਦਿਨ ਗੜਬੜ ਹੋ ਜਾਣੀ ਹੈ। ਤਾਂ ਤੇ ਭਾਈ ਜਿਹੜੇ ਸਿੱਖ ਗੁਰੂ ਦੇ ਅਨੁਸਾਰੀ ਨੇ, ਉਹਨਾਂ ਦੀ ਚਰਨ ਧੂੜ ਮੰਗੀ। ਆਪਣੇ ਇੱਕ ਬਾਬਾ ਜੀ ਹੋਏ ਭਲੇ ਸਮੇਂ ਦੇ ਵਿੱਚ, ਬਾਬਾ ਮੁਕਤਾ ਸਿੰਘ ਜੀ ਨਿਹੰਗ ਬਾਣੇ 'ਚ ਰਹਿੰਦੇ। ਉਹ ਦੱਸਦੇ ਆਪਣੀ ਦਾਸਤਾਨ, ਕਹਿੰਦੇ ਵੀ ਮੈਂ ਅਮਰੀਕਾ ਦੇ ਵਿੱਚ ਚਲਾ ਗਿਆ। ਉਹ ਸਿੱਖ ਦੀ ਪਛਾਣ ਵੱਖਰੀ ਹੈ, ਆਪਣੇ ਵੀ ਲੋਕ ਉੱਥੇ ਬੈਠੇ ਆ, ਉਧਰ ਦੇ ਵੀ ਨਹੀਂ ਜਾਣ ਪਛਾਣ ਰਿਲੇਸ਼ਨ ਨੇ।
ਉਹ ਕਹਿੰਦੇ ਵੀ ਮੈਨੂੰ ਉਹਨਾਂ ਲੋਕਾਂ ਨੇ ਇਹ ਸਵਾਲ ਕੀਤਾ ਵੀ ਭਾਰਤ ਦੇ ਵਿੱਚ ਇੱਕੋ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਵੀ ਤੁਸੀਂ ਭਾਰਤ ਤੋਂ ਆਏ ਹੋ, ਪੰਜਾਬ ਦੇ ਅੰਦਰ ਧਰਤੀ ਵੇਖੀ। ਉਹ ਕਹਿੰਦਾ ਮੈਂ ਤਾਂ ਰਹਿੰਦਾ ਹੀ ਉੱਥੇ ਸੀਗਾ। ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿਹਾ, ਕਹਿੰਦਾ ਭਰਾਵੋ ਮੈਂ ਰਹਿੰਦਾ ਹੀ ਉੱਥੇ ਆ, ਉੱਥੋਂ ਹੀ ਆਇਆ। ਕਹਿੰਦੇ ਜੀ ਉਹਨਾਂ ਨੇ ਆਪਣੇ ਸਾਰੇ ਜਿਹੜੇ ਜਾਣਨ ਵਾਲੇ ਸਨ, ਈਸਾਈ ਲੋਕ, ਅੰਗਰੇਜ਼ ਲੋਕ, ਉਹ ਵੀ ਇਕੱਠੇ ਕੀਤੇ ਤੇ ਮੈਨੂੰ ਕਹਿੰਦੇ ਪਲੰਘ ਤੇ ਬਿਠਾਇਆ, ਤੇ ਪਲੰਘ ਤੇ ਬਿਠਾ ਕੇ ਫਿਰ ਨਾ ਉਹ ਬੱਠਲ ਲਿਆਏ ਤੇ ਉਹਦੇ ਵਿੱਚ ਉਹਨਾਂ ਨੇ ਮੇਰੇ ਚਰਨ ਧੋਏ। ਕਹਿੰਦੇ ਵੀ ਪਤਾ ਨਹੀਂ ਅਸੀਂ ਉਸ ਧਰਤੀ ਤੇ ਜਾ ਸਕਾਂਗੇ ਜਾਂ ਨਹੀਂ, ਪਰ ਤੂੰ ਉਸ ਧਰਤੀ ਤੋਂ ਆਇਆ, ਗੁਰੂ ਦੇ ਸਿੱਖਿਆ, ਅਸੀਂ ਤੇਰੀ ਚਰਨ ਧੂੜ ਲੈ ਲਈਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਇੰਨਾ ਸਤਿਕਾਰ ਉਸ ਧਰਤੀ ਤੋਂ ਗਿਆ, ਕਾਦੇ ਕਰਕੇ? ਗੁਰਸਿੱਖ ਹੋਣ ਨਾਲ ਕੇ, ਗੁਰਸਿੱਖ ਦੀ ਭਾਵਨਾ ਉਸ ਧਰਤੀ ਤੇ ਇੰਨਾ ਵੱਡਾ ਸਤਿਕਾਰ ਹੈ ਗੁਰਸਿੱਖਾਂ ਦਾ। ਬਸ ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਸਿਰਫ ਭਾਈ ਗੁਰਦਾਸ ਜੀ ਉਹ ਦੱਸ ਸਕਦੇ ਆ, ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ, ਹੋਰ ਨਹੀਂ ਕੋਈ। ਗੁਰਸਿੱਖ ਕੌਣ ਹੁੰਦੇ? ਸੋ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਭਾਈ ਗੁਰਦਾਸ ਜੀ ਕਹਿੰਦੇ ਵੀ ਮੇਰੀ ਖੱਲ ਦੇ ਮੌਜੜੇ ਜੋੜੇ ਬਣਾ ਕੇ ਗੁਰੂ ਦੇ ਸਿੱਖ ਹੰਡਾਉਣ, ਮੈਂ ਉਹਨਾਂ ਨੂੰ ਦੇ ਦੇਵਾਂ। ਕਿੱਡੀ ਵੱਡੀ ਵਡਿਆਈ ਗੁਰਸਿੱਖਾਂ ਦੀ। ਇਹ ਵਡਿਆਈ ਕਿਉਂ ਹੈ? ਵੀ ਸਿੱਖ ਜਿਹੜਾ ਹੈ ਉਹ ਸੱਚ ਦੇ ਨਾਲ ਜੁੜ ਗਿਆ, ਜੀਵਨ ਦੇ ਆਸ਼ੇ ਨੂੰ ਸਮਝ ਗਿਆ, ਜੋ ਕੁਝ ਕਰਨਾ ਚਾਹੀਦਾ ਸੀ ਮਨੁੱਖ ਨੂੰ ਕਰ ਲਿਆ। ਇਸ ਕਰਕੇ ਵਡਿਆਈ ਹੈ, ਉਹਦੇ ਗੁਣਾ ਕਰਕੇ, ਸਰੀਰ ਕਰਕੇ ਨਹੀਂ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਖੜੇ ਹੋ ਗਏ, ਗਲ ਬੱਕੜੀ ਦੇ ਵਿੱਚ ਲਿਆ, ਆਪਣੇ ਗਲੇ ਨਾਲ ਲਾਇਆ ਵੀ ਤੂੰ ਗੁਰੂ ਨਾਨਕ ਦਾ ਸਿੱਖ। ਦੇਖੋ ਕਿੰਨੀ ਭਾਵਨਾ ਸਤਿਗੁਰਾਂ ਜੀ ਦੀ ਗੁਰਸਿੱਖਾਂ ਤੇ। ਪਰ ਕੋਈ ਬਣ ਜੇ ਗੁਰਸਿੱਖ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਵਰੈ ਨਾਮ ਜਪਾਵੈ। ਆਪਾਂ ਨੇ ਗੁਰਸਿੱਖ ਬਣਨਾ ਹੈ। ਸਿੱਖ ਤੋਂ ਅੱਗੇ ਗੁਰਸਿੱਖ ਹੁੰਦਾ ਹੈ। ਸਿੱਖ ਤਾਂ ਸ਼ੁਰੂਆਤ ਹੈ, ਤੇ ਗੁਰਸਿੱਖ ਜਦੋਂ ਪੂਰਨ ਤੌਰ ਤੇ ਗੁਰੂ ਦੇ ਅਨੁਸਾਰੀ ਹੋ ਗਿਆ। ਸਿੱਖ ਤੇ ਗੁਰਸਿੱਖ ਗੁਰੂ ਦੇ ਅਨੁਸਾਰੀ ਹੋ ਗਿਆ ਪੂਰਨ ਤੌਰ ਤੇ, ਆਪਣੀ ਮੱਤ ਨਹੀਂ ਵਰਤਦਾ। ਸਭ ਤੱਕ ਕਹਿੰਦੇ ਸੂਰਜ ਨੂੰ ਸੂਰਜ ਛੁਪ ਗਿਆ, ਸ਼ਾਮਾਂ ਪੈ ਜਾਂਦੀਆਂ ਹਨ, ਬਾਲਾ ਰਹਿਤ ਭਇਓ ਤੈ ਥਾਈ। ਤੇ ਹੁਣ ਭਾਈ ਬਾਲਾ ਜੀ ਸਤਿਗੁਰਾਂ ਜੀ ਦੇ ਕੋਲ ਰਹਿਣ ਲੱਗੇ। ਸਿੱਖ ਸੰਗਤ ਜਹ ਮਿਲ ਸਮੁਦਾਇਆ। ਜਿੱਥੇ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਰਹਿੰਦੀਆਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ, ਤਹਾਂ ਬਸਿਓ ਸਭ ਹਿਨ ਮਨ ਭਾਇਆ। ਭਾਈ ਬਾਲਾ ਜੀ ਦਾ ਰਹਿਣਾ ਸਭ ਨੂੰ ਚੰਗਾ ਲੱਗਿਆ, ਕਿਉਂਕਿ ਚੰਗਾ ਪੁਰਸ਼ ਹੈ, ਸਤਿਪੁਰਸ਼ ਹੈ। ਸਤਿਗੁਰੂ ਜੀ ਕਹਿੰਦੇ ਰੇ ਰੇ ਦਰਗਹਿ ਕਹਿ ਨ ਕੋ, ਆਉ ਬੈਠ ਆਦਰ ਸ਼ੁਭ ਦਿਓ। ਚੰਗਾ ਬੰਦਾ ਹੁੰਦਾ ਨਾ, ਹਰ ਇੱਕ ਬੰਦਾ ਆਪਣੇ ਕੋਲ ਥਾਂ ਬਣਾਉਂਦਾ ਵੀ ਜੇ ਮੇਰੇ ਕੋਲ ਬਹਿ ਜੇ ਚੰਗਾ ਹੈ। ਹਰੇਕ ਬੰਦਾ ਉਹਨੂੰ ਸਤਿਕਾਰ ਦਿੰਦਾ। ਤੇ ਮਾੜੇ ਤੋਂ ਆਪਾਂ ਖਹਿੜਾ ਛਡਾਉਂਦੇ ਆ ਵੀ ਇਹ ਕਿੱਥੇ ਆ ਗਿਆ, ਕਿਤੇ ਮੇਰੇ ਕੋਲ ਨਾ ਬਹਿ ਜਾਵੇ। ਚੰਗੇ ਪੁਰਸ਼ ਨੂੰ ਹਰ ਇੱਕ ਬੰਦਾ ਕਹਿੰਦਾ ਮੇਰੇ ਕੋਲ ਬੈਠੇ, ਮੇਰੀ ਇੱਜ਼ਤ ਬਣੂਗੀ ਇਹਦੇ ਕੋਲ ਬੈਠ ਕੇ, ਮਾੜੇ ਨੂੰ ਨਹੀਂ ਕਹਿੰਦਾ। ਹੁਣ ਭਾਈ ਬਾਲਾ ਜੀ ਦਾ ਆਉਣਾ ਤੇ ਇੱਥੇ ਰਹਿਣਾ ਸਭ ਨੂੰ ਬੜਾ ਚੰਗਾ ਲੱਗਿਆ, ਬਹੁਤ ਵਧੀਆ ਲੱਗਿਆ ਵੀ ਭਾਈ ਬਾਲਾ ਜੀ ਸਾਡੇ ਕੋਲ ਰਹਿਣਗੇ, ਬੜਾ ਚੰਗਾ ਲੱਗਿਆ। ਸਾਰੀਆਂ ਸੰਗਤਾਂ ਖੁਸ਼, ਚਾ ਚੜ ਗਿਆ ਸਭ ਨੂੰ। ਭਾਈ ਬਾਲਾ ਜੀ ਦੇ ਆਉਣੇ ਨੂੰ ਸੁਣ ਕੇ, ਰਹਿਣਾ ਦੇਖ ਕੇ, ਨਿਸਮੈ ਭਨਤ ਰਹਿਓ ਤਿਨ ਸਾਥ। ਸਾਰੀ ਰਾਤ ਭਾਈ ਬਾਲਾ ਜੀ ਜਦੋਂ ਤੱਕ ਨਹੀਂ ਸੁੱਤੇ, ਜਦੋਂ ਤੱਕ ਜਾਗਦੇ ਰਹੇ, ਉਹ ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਭਾਈ ਬਾਲਾ ਜੀ ਸੁਣਾਉਂਦੇ ਰਹੇ ਸੰਗਤਾਂ ਨੂੰ। ਇਹ ਕਿਹਨੇ ਸੁਣਾਉਣਾ? ਗੁਰੂ ਨਾਨਕ ਦਾ ਇਤਿਹਾਸ ਬਈ, ਕਿਸੇ ਨੇ ਨਹੀਂ। ਆਪਣੇ ਕੋਲ ਤਾਂ ਦੁਨਿਆਵੀ ਗੱਲਾਂ ਨੇ, ਤੇ ਉਹ ਵੀ ਹੁਣ ਖਤਮ ਹੋ ਗਈਆਂ। ਹੁਣ ਤਾਂ ਜੇ ਪਰਿਵਾਰ ਦੇ ਵਿੱਚ 4 ਜੀ ਹੈ ਤਾਂ ਵੀ, 5 ਹੈ ਤਾਂ ਵੀ, 7 ਹੈ ਤਾਂ ਵੀ ਹੈ। ਹੁਣ ਨਹੀਂ ਕਿਸੇ ਨਾਲ ਕੋਈ ਗੱਲ ਕਰਦਾ।
ਸਾਰੇ ਆਪਣੇ ਆਪਣੇ ਮੋਬਾਈਲ ਤੇ ਲੱਗੇ ਹੋਏ ਆ। ਗੱਜ ਕੇ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਰਿਸ਼ਤੇਦਾਰੀ 'ਚ ਚਲੇ ਜਾਓ, ਉਹ ਵੀ ਆਪਣੇ ਆਪਣੇ ਲੱਗੇ ਆ। ਹੁਣ ਤਾਂ ਕੋਲ ਬੈਠੇ ਗੱਲਬਾਤ ਵੀ ਨਹੀਂ, ਕੋਈ ਵੀ ਨਹੀਂ ਕਰਦੇ ਆ, ਖਤਮ ਹੀ ਹੋ ਗਈ ਵੀ ਆਪਣੇ ਆਪਣੇ ਮੋਬਾਈਲ ਤੇ ਉਂਗਲੀ ਕਦੇ ਉੱਪਰ ਨੂੰ ਕਦੇ ਥੱਲੇ ਨੂੰ, ਬਸ ਹੁਣ ਨਹੀਂ ਕੋਈ ਗੱਲਬਾਤ ਕਰਦਾ ਕਿਸੇ ਨਾਲ। ਨਿਆਣੇ ਆਪਣੇ ਆਰੇ ਲੱਗੇ ਆ, ਮੰਮੀ ਆਪਣੇ, ਡੈਡੀ ਆਪਣੇ, ਸਭ। ਹੁਣ ਤਾਂ ਰਿਹਾ ਹੀ ਨਹੀਂ ਗੁਰੂ ਕੋ ਹਿਸਾਬ ਤਾਂ। ਪਰ ਅਖੀਰ ਤੇ ਆਉਣਾ ਉੱਥੇ ਹੀ ਪੈਣਾ, ਉੱਥੇ ਆਉਣਾ ਪਊਗਾ। ਦੇਖੋ ਆ ਰਹੇ ਆ ਆਪਾਂ ਤੁਰਨ ਲੱਗ ਕੇ ਨਾ, ਪਹਿਲਾਂ ਪੈਦਲ ਤੂੰ ਹੁਣ ਕਹਿੰਦਾ ਤੁਰਿਆ ਕਰੂ, ਕਾਰ 'ਚ ਚੜ੍ਹ ਕੇ, ਜਹਾਜ਼ 'ਚ ਚੜ੍ਹ ਕੇ, ਹੁਣ ਕਹਿੰਦਾ ਸਾਈਕਲ ਚਲਾਇਆ ਕਰ, ਗੁਜ਼ਾਰਾ ਨਹੀਂ ਹੈ ਸਾਈਕਲ ਬਿਨਾਂ। ਸਭ ਕੁਝ 36 ਪ੍ਰਕਾਰ ਦੇ ਪਦਾਰਥਾਂ ਛੱਡ ਕੇ 3600 ਪ੍ਰਕਾਰ ਦੇ ਪਦਾਰਥ ਖਾ ਕੇ ਫੇਰ ਆ ਗਿਆ ਦਾਲ ਰੋਟੀ ਤੇ, ਕਹਿੰਦਾ ਸਾਦੀ ਰੋਟੀ ਖਾਓ ਬਈ ਜੇ ਸੁਖੀ ਰਹਿਣਾ। ਸੋ ਮੁੜ ਕੇ ਬੰਦਾ ਉੱਥੇ ਆ ਰਿਹਾ, ਗੁਰੂ ਖਵਾਉਣਾ ਉੱਥੇ ਹੀ ਪੈਣਾ। ਸੋ ਕਿੱਥੇ ਉਹ ਕਥਾ ਕਹਾਣੀਆਂ ਬੈਠ ਕੇ ਕਰਨੀਆਂ, ਬਜ਼ੁਰਗਾਂ ਦੇ ਕੋਲ, ਨਾਨੀ ਕੋਲ, ਦਾਦੀ ਕੋਲ ਬੈਠ ਕੇ ਬੱਚੇ ਸੁਣਦੇ, ਸੁਣਾਇਆ ਕਰਦੇ ਨੇ। ਤੇ ਅੱਧੀ ਰਾਤ ਐਵੇਂ ਹੋ ਜਾਂਦੀ ਸੀ, ਪਤਾ ਹੀ ਨਹੀਂ ਲੱਗਦਾ 12 ਕਦੋਂ ਵੱਜ ਗਏ। ਵੈਸੇ ਤਾਂ ਘੜੀ ਤਾਂ ਘੱਟ ਹੀ ਹੁੰਦੀ ਸੀ, ਪਰ ਅੱਧੀ ਰਾਤ ਹੋ ਹੀ ਜਾਂਦੀ ਸੀ ਗੱਲਾਂ ਬਾਤਾਂ ਕਰਦੇ। ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਉਂਦੇ, ਜਦੋਂ ਤੱਕ ਨਹੀਂ ਸੁੱਤੇ, ਨੀਂਦ ਆਉਂਦੀ ਨਹੀਂ ਕਿਸੇ ਨੂੰ। ਕਥਾ ਦੇ ਵਿੱਚ ਨੀਂਦ ਨਹੀਂ ਆਉਂਦੀ ਜਿਹੜਾ ਕਥਾ ਸੁਣਦਾ, ਉੱਥੇ ਪਤਾ ਹੀ ਨਹੀਂ ਲੱਗਦਾ ਸਮੇਂ ਦਾ। ਐਸੀ ਕਥਾ ਰਸਦਾਇਕ ਭਾਈ ਬਾਲਾ ਜੀ ਸੁਣਾਉਂਦੇ ਸੰਗਤਾਂ ਨੂੰ। ਸ੍ਰੀ ਨਾਨਕ ਕੀ ਸੁੰਦਰ ਗਾਥਾ। ਭਾਈ ਬਾਲਾ ਜੀ ਸਿਰਫ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਦੇ ਆ, ਹੋਰ ਕਿਸੇ ਦੀ ਨਹੀਂ। ਸਿਰਫ ਗੁਰੂ ਨਾਨਕ ਹੀ ਆ ਉਹਨਾਂ ਦੀ ਰਸਨਾ, ਤੇ ਹੋਰ ਕੋਈ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਗੁਰੂ ਨਾਨਕ ਸਾਹਿਬ ਜੀ ਦਾ ਜੀਵਨ। ਅੰਗਦ ਮਗਨ ਲਗਿਓ ਮਨ ਧਿਆਨਾ। ਸੁਣਦਿਆਂ ਸੁਣਦਿਆਂ ਗੁਰੂ ਅੰਗਦ ਦੇ ਮਹਾਰਾਜ ਜੀ ਮਗਨ ਹੋ ਜਾਂਦੇ ਧਿਆਨ ਦੇ ਵਿੱਚ। ਗੁਰੂ ਨਾਨਕ ਦਾ ਹੀ ਰੂਪ ਗੁਰੂ ਨਾਨਕ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਆਸਨ ਬੈਸਿਓ ਭਈ ਬਿਹਾਨਾ। ਆਸਣ ਤੇ ਬੈਠਿਆਂ ਬੈਠਿਆਂ ਰਾਤ ਲੰਘ ਗਈ, ਪਤਾ ਨਹੀਂ ਲੱਗਿਆ ਵੀ ਰਾਤ ਕਦੋਂ ਲੰਘ ਗਈ। ਭਾਈ ਬਾਲਾ ਜੀ ਕਥਾ ਸੁਣਾਉਂਦੇ ਰਹੇ ਤੇ ਗੁਰੂ ਅੰਗਦ ਦੇਵ ਜੀ ਸੰਗਤਾਂ ਸੁਣਦੀਆਂ ਰਹੀਆਂ। ਪੁਨ ਪੂਖਨ ਪ੍ਰਕਾਸ਼ਿਤ ਭਇਓ। ਤੇ ਪਤਾ ਹੀ ਲੱਗਿਆ ਵੀ ਰਾਤ ਕਦੋਂ ਬਤੀਤ ਹੋ ਗਈ ਤੇ ਸੂਰਜ ਕਦੋਂ ਚੜ੍ਹ ਗਿਆ। ਇਹਨੂੰ ਧਾਰਮਿਕ ਬੋਲੀ ਦੇ ਵਿੱਚ ਕਿਹਾ ਜਾਂਦਾ ਦੇਸ ਕਾਲ ਤੋਂ ਪਰੇ ਚਲੇ ਜਾਣਾ। ਦੇਸ਼ ਹੁੰਦਾ ਵੀ ਆਪਾਂ ਬੈਠੇ ਕਿੱਥੇ ਆਂ, ਕਾਲ ਹੁੰਦਾ ਵੀ ਆਪਾਂ ਨੂੰ ਬੈਠਿਆਂ ਨੂੰ ਟਾਈਮ ਕਿੰਨਾ ਹੋ ਗਿਆ। ਇਹਨੂੰ ਕਹਿੰਦੇ ਦੇਸ਼ ਕਾਲ ਤੋਂ ਪਰੇ, ਸੁਰਤ ਪਰੇ ਚਲੀ ਜਾਂਦੀ ਸਰੀਰ ਤੋਂ, ਕਿਉਂਕਿ ਸਾਰਾ ਕੁਝ ਸਰੀਰ ਨਾਲ ਹੀ ਜੁੜਿਆ। ਆਪਾਂ ਬੈਠੇ ਕਿੱਥੇ ਆਂ, ਸਰੀਰ ਨਾਲ ਜੁੜਿਆ। ਸਰੀਰ ਦੱਸਦਾ ਵੀ ਇੱਥੇ ਬੈਠੇ ਕਿੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਉਹ ਵੀ ਸਰੀਰ ਨਾਲ ਸੰਬੰਧਿਤ ਹੈ। ਤੇ ਸਿਮਰਨ ਕਰਨ ਵਾਲੇ ਜਿਹੜੇ ਨੇ ਉਹ ਦੇਸ਼ ਕਾਲ ਤੋਂ ਪਰੇ ਚਲੇ ਜਾਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਮਾਂ ਕਿਵੇਂ ਲੰਘ ਗਿਆ, ਕਿਉਂਕਿ ਪ੍ਰਮਾਤਮਾ ਅਕਾਲ ਹੈ। ਅਕਾਲ, ਕਾਲ ਨਾਮ ਸਮੇਂ ਦਾ, ਅਕਾਲ ਨਾਮ ਜਿਹੜਾ ਕਾਲ ਤੋਂ ਰਹਿਤ, ਉੱਥੇ ਸਮਾਂ ਹੈ ਹੀ ਨਹੀਂ। ਵਾਹਿਗੁਰੂ ਪਰਮੇਸ਼ਰ ਜੀ ਦੇ ਉੱਤੇ ਸਮਾਂ ਕੋਈ ਲਾਗੂ ਨਹੀਂ ਹੁੰਦਾ। ਸਮਾਂ ਸਿਰਫ ਸਾਡੇ ਤੇ ਲਾਗੂ ਹੈ। ਅਸੀਂ ਸਮੇਂ ਦੇ ਵਿੱਚ ਜਨਮ ਲੈਂਦੇ ਹਾਂ, ਪਲਦੇ ਹਾਂ, ਵੱਡੇ ਹੁੰਦੇ ਹਾਂ, ਤੁਰ ਜਾਂਦੇ ਹਾਂ, ਸਾਡੇ ਤੇ ਲਾਗੂ ਹੈ। ਪ੍ਰਮਾਤਮਾ ਤੇ ਸਮਾਂ ਨਹੀਂ ਲਾਗੂ ਹੁੰਦਾ। ਪ੍ਰਮਾਤਮਾ ਅਕਾਲ ਹੈ। ਜਦੋਂ ਉਹਦੇ ਨਾਲ ਜਿਹੜਾ ਜੁੜ ਗਿਆ ਫਿਰ ਉਹ ਵੀ ਕਾਲ ਤੋਂ ਪਰੇ ਚਲੇ ਜਾਂਦਾ ਹੈ। ਕੈਸੀਆਂ ਕੈਸੀਆਂ ਗੱਲਾਂ ਪਰਮੇਸ਼ਰ ਦੇ ਪਿਆਰੇ ਸੁਣਾ ਦਿੰਦੇ ਆ, ਉਹ ਕਾਲ ਤੋਂ ਪਰੇ ਹੁੰਦੀਆਂ ਨੇ। ਉਹ ਫਿਰ ਸਾਡੇ ਸੈੱਟ ਨਹੀਂ ਬੈਠਦੀਆਂ, ਫਿਰ ਆਪਾਂ ਕਹਿੰਦੇ ਵੀ ਐਵੇਂ ਬੋਲੀ ਜਾਂਦਾ ਤਾਂ ਐ ਕਿਵੇਂ ਹੋ ਜਾਊਗਾ। ਸੋ ਉਹ ਚਲੇ ਗਏ ਕਾਲ ਤੋਂ ਪਰੇ। ਇਸ ਤਰ੍ਹਾਂ ਸੂਰਜ ਚੜ੍ਹ ਆਇਆ, ਪੂਖਨ ਨਾਮ ਹੈ ਸੂਰਜ ਦਾ, ਸੂਰਜ ਚੜ੍ਹ ਆਉਂਦਾ ਹੈ। ਛੁੱਟੀ ਸਮਾਦ ਸਨਾਨੰ ਕਯੋ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਆਸਣ ਤੋਂ ਉੱਠਦੇ ਨੇ, ਇਸ਼ਨਾਨ ਕਰਦੇ ਹਨ। ਬੈਸੇ ਬਹੁਰ ਬੁਲਾਇਓ ਬਾਲਾ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਆ ਕੇ ਬੈਠ ਜਾਂਦੇ। ਇਹ ਨਾਲ ਦੀ ਨਾਲ ਸੁਨੇਹਾ ਭੇਜਿਆ, ਭਾਈ ਜਾਓ ਬਾਲਾ ਜੀ ਨੂੰ ਬੁਲਾ ਕੇ ਲਿਆਓ। ਬੰਦਨ ਕਰੀ ਆਨ ਤਤਕਾਲਾ। ਜਿਉਂ ਹੀ ਸੁਨੇਹਾ ਪਹੁੰਚਿਆ ਵੀ ਗੁਰੂ ਕਾ ਦਰਬਾਰ ਸਜ ਗਿਆ, ਭਾਈ ਬਾਲਾ ਜੀ ਆ ਕੇ ਸਤਿਗੁਰਾਂ ਜੀ ਨੂੰ ਨਮਸਕਾਰ ਕਰਦੇ ਹਨ। ਦੋਹਰਾ ਗੁਰੂ ਅੰਗਦ ਸਿਰੇ ਮੁਖ ਕਹਿਓ,
ਸਭ ਇਤਿਹਾਸ ਸੁਨਾਓ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ ਨੂੰ ਵੀ ਜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਕਹਿੰਦੇ ਵੀ 3 ਸਾਲ ਵੱਡੇ ਹੋ, ਫਿਰ ਕਾਫੀ ਕੁਝ ਤੁਸੀਂ ਸੁਣਿਆ ਦੇਖਿਆ ਨਾਲ ਰਹੇ ਹੋ, ਕਿ ਉਹ ਇਤਿਹਾਸ ਸੁਣਾਓ ਗੁਰੂ ਨਾਨਕ ਸਾਹਿਬ ਜੀ ਦਾ ਜੋ ਤੁਸੀਂ ਨਾਲ ਰਹਿ ਕੇ ਵੇਖਿਆ, ਉਹ ਸੁਣਾਉਣਾ ਕਰੋ। ਸ਼੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਨਾ ਤੁਹਾਡੇ ਨਗਰ ਦੇ ਵਿੱਚ, ਉਦੋਂ ਤੋਂ ਲੈ ਕੇ ਤੇ ਜਿੰਨਾ ਚਿਰ ਸਮਾਂ ਤੁਸੀਂ ਆਨੰਦ ਮਾਣਿਆ ਗੁਰੂ ਜੀ ਨਾਲ ਰਹਿ ਕੇ, ਉਹ ਸਾਨੂੰ ਸੁਣਾਉਣਾ ਕਰੋ। ਚੌਪਈ ਬਾਲੇ ਗੁਰ ਪ੍ਰਤ ਗਿਰਾ ਉਚਾਰੀ। ਸਤਿਗੁਰਾਂ ਜੀ ਦਾ ਹੁਕਮ ਸੁਣ ਕੇ ਭਾਈ ਬਾਲਾ ਜੀ ਕਹਿਣ ਲੱਗੇ, ਜਨਮ ਕਥਾ ਅਨਜਾਨ ਅਗਾਰੀ। ਕਹਿਣ ਲੱਗੇ ਪਾਤਸ਼ਾਹ ਵੀ ਮੈਂ ਜਨਮ ਦੀ ਕਥਾ ਤੋਂ ਤਾਂ ਅਣਜਾਣੀ ਹੈ, ਇੰਨਾ ਤਾਂ ਨਹੀਂ ਮੈਂ ਦੱਸ ਸਕਦਾ। ਜਨਮ ਦੀ ਕਥਾ ਤੋਂ ਮੈਂ ਅਣਜਾਣ, ਇੰਨਾ ਨਹੀਂ ਮੈਨੂੰ ਪਤਾ ਜਨਮ ਬਾਰੇ। ਬਹੁਤ ਨਰਨ ਤੇ ਇਹ ਬਿਧ ਸੁਣੀ। ਹਾਂ, ਜੋ ਮੈਂ ਸੁਣਿਆ ਉਹ ਆਪ ਜੀ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ। ਸੋ ਤੁਮ ਪਾਸ ਬਖਾਨ ਤੇ ਗੁਨੀ। ਆਪ ਜੀ ਦੇ ਕੋਲ ਦੱਸ ਦਿੰਦਾ ਹਾਂ। ਉਰਜ ਮਾਸ ਕੀ ਪੂਰਨ ਮਾਸੀ। ਸੁਣਿਆ ਜਾਂਦਾ ਹੈ ਵੀ ਕੱਤਕ ਦੀ ਪੂਰਨ ਮਾਸੀ ਨੂੰ ਬਿਸਤ ਸਪਤ ਨਛੱਤਰ 84। ਉਸ ਵਕਤ 27ਵਾਂ ਨਛੱਤਰ ਸੀ ਗ੍ਰਹਿ ਦਾ। ਔਰ ਸੁਨੀ ਸੋ ਕਰੋ ਉਚਾਰੀ। ਜੋ ਹੋਰ ਸੁਣਿਆ ਤੇ ਉਹ ਵੀ ਦੱਸ ਦੇਣਾ। ਪਤਰੀ ਜਨਮ ਲਖੀ ਦਿਜ ਸਾਰੀ। ਕਹਿੰਦੇ ਵੀ ਉਸ ਵਕਤ ਉਹਨਾਂ ਦੀ ਜਨਮ ਪੱਤਰੀ ਤਿਆਰ ਕਰਵਾਈ ਸੀ। ਮਹਿਤਾ ਕਲਿਆਣ ਚੰਦ ਜੀ ਨੇ ਜਨਮ ਪੱਤਰੀ ਤਿਆਰ ਕਰਵਾਈ ਸੀ। ਹੁਣ ਇਹ ਨਾ ਸੁਣਿਓ ਵੀ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਤਿਆਰ ਹੋਈ ਤੇ ਆਪਾਂ ਵੀ ਕਰਵਾ ਲਈਏ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਬੇ ਸ੍ਰੀ ਚੰਦ ਦੀ ਜਨਮ ਪੱਤਰੀ ਨਹੀਂ ਬਣਾਈ ਹੈ। ਜੇ ਤਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਪੁੱਤਰਾਂ ਦੀ ਜਨਮ ਪੱਤਰੀ ਬਣਾਏ ਫਿਰ ਤਾਂ ਬਣਾ ਲਿਓ। ਇਹ ਗੁਰੂ ਨਾਨਕ ਦੀ ਜਨਮ ਪੱਤਰੀ ਉਹਨਾਂ ਦੇ ਪਿਤਾ ਨੇ ਬਣਾਈ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਨੇ ਸਾਰੀਆਂ ਗੱਲਾਂ ਦਾ ਖੰਡਨ ਕੀਤਾ, ਖੰਡਨ ਹੈ। ਕਿਉਂਕਿ ਸਾਡਾ ਜਿਹੜਾ ਵਿਸ਼ਵਾਸ ਹੈ ਇੱਕ ਸਮੇਂ ਇੱਕ ਥਾਂ ਤੇ ਰਹਿ ਸਕਦਾ, ਦੋ ਥਾਂ ਤੇ ਕਿ ਕਰ ਲਓਗੇ ਨਹੀਂ। ਜਦੋਂ ਧਿਆਨ ਦੂਸਰੇ ਪਾਸੇ ਚਲਾ ਗਿਆ ਤੇ ਫਿਰ ਇੱਕ ਪਾਸੇ ਤੋਂ ਤਾਂ ਉਖੜੇਗਾ ਨਾ। ਇਸ ਲਈ ਜੇ ਅਕਾਲ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਧਿਆਨ ਰੱਖਣਾ, ਫਿਰ ਸਾਰੇ ਪਾਸੇ ਤੋਂ ਧਿਆਨ ਉਠਾਉਣਾ ਪਊਗਾ। ਤੇ ਜੇ ਸੱਜੇ ਖੱਬੇ ਗਿਆ ਫਿਰ ਇੱਕ ਤੇ ਨਹੀਂ ਟਿਕਦਾ। ਸਾਡਾ ਕੰਮ ਇਹੋ ਜਿਹਾ ਨਾ, ਸਾਡੇ ਕੰਮ ਦੇ ਵਿੱਚ ਸਾਰੇ ਤਰ੍ਹਾਂ ਦੇ ਬੰਦੇ ਮਿਲ ਜਾਂਦੇ ਆ, ਸਭ ਤਰ੍ਹਾਂ ਦੇ। ਇਹ ਵੀ ਮਿਲੇ ਕਿ ਮੈਨੂੰ ਕਹਿਣ ਲੱਗੇ ਵੀ ਸਿੱਖ ਲੈ, ਬੰਦਾ PhD ਸੀ ਦਾ ਜੋਤਿਸ਼ ਵਿਦਿਆ ਦਾ। ਮੈਂ ਕਿਹਾ ਜੀ ਨਾ। ਕਹਿੰਦੇ ਕੋਈ ਸਿਖਾਉਂਦਾ ਨਹੀਂ ਹੈ, ਮੈਂ ਤੈਨੂੰ ਸਿਖਾਉਂਦਾ, ਤੂੰ ਸਿੱਖਦਾ ਨਹੀਂ। ਮਾ ਨਾ ਜੀ, ਮੈਂ ਨਹੀਂ ਸਿੱਖਣਾ। ਥੋੜਾ ਬਹੁਤਾ ਸਿੱਖ ਲੈ। ਮਾ ਨਾ ਜੀ। ਉਹ ਕਹਿੰਦੇ ਤੇਰੇ ਕੋਲ ਤਾਂ ਗਾਹਕ ਹੈਗੇ ਨੇ, ਤੇਰਾ ਤਾਂ ਕੰਮ ਛੇਤੀ ਚੱਲ ਜੂਗਾ। ਮੈਂ ਕਿਹਾ ਨਾ ਜੀ। ਅਖੀਰ ਤੈਨੂੰ ਪੁੱਛਿਆ ਵੀ ਕਾਰਨ? ਮੈਂ ਕਿਹਾ ਜੀ ਨਾ ਮੈਂ ਚੱਕਰ ਚ ਪਾਵਾਂ, ਨਾ ਕਿਸੇ ਨੂੰ ਪਾਵਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਨੂੰ ਕਿਰਪਾ ਕੀਤੀ ਮਾਲਕ ਨੇ। ਚਲੋ ਜੀਵਨ ਤਾਂ ਨਹੀਂ ਉਸ ਤਰ੍ਹਾਂ ਦਾ ਬਣ ਸਕਿਆ, ਪਰ ਮਾਲਕ ਨੇ ਟੇਕ ਜ਼ਰੂਰ ਬਖਸ਼ੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ। ਬਸ ਜੋ ਗੁਰੂ ਜੀ ਨੇ ਕਿਹਾ, ਸਿਰਫ ਗੁਰੂ ਗ੍ਰੰਥ ਸਾਹਿਬ ਜੀ। ਜੀਵਨ ਵਿੱਚ ਗੱਲਾਂ ਆ ਜਾਣ ਤੇ ਗੱਲ ਵੱਖਰੀ, ਪਰ ਟੇਕ ਬਣ ਗਈ ਵੀ ਅਕਾਲ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ ਭਾਈ। ਨਾ ਕੋਈ ਹੈ ਮੰਨਣ ਦੇ ਯੋਗ, ਨਾ ਮੰਨਣਾ। ਇਸ ਕਰਕੇ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਵਿਡਾਣੀ ਲਾਹੀ। ਕਰਤੇ ਦੀ ਟੇਕ ਬਣ ਗਈ, ਹੁਣ ਬਗਾਨੀ ਆਸ ਲਾਤੀ ਹੈ। ਨਾ ਬਈ ਹੁਣ ਨਹੀਂ ਰੱਖਣੀ, ਲੋੜ ਵੀ ਨਹੀਂ ਹੈ, ਲੋੜ ਨਹੀਂ ਹੈ ਗੁਰਮੁਖੋ। ਦੇਖੋ ਚਲੋ ਆਪਾਂ ਤਾਂ ਚਲੋ ਥੋੜਾ ਜਿਹਾ ਪਖੰਡ ਕਰਦੇ ਹਾਂ ਆਪਾਂ ਵੀ ਆਪਾਂ ਧਰਮੀ ਹੈ, ਧਰਮ ਨੂੰ ਮੰਨਣ ਵਾਲੇ ਹੈ। ਪਖੰਡੀ ਹੈ, ਮੇਰੀ ਬੇਨਤੀ ਮੰਨਿਓ, ਕਿਉਂਕਿ ਅਸੀਂ ਪੂਰੀ ਤਰ੍ਹਾਂ ਧਰਮੀ ਤਾਂ ਨਹੀਂ ਬਣੇ, ਤੇ ਆ ਪੂਰੀ ਤਰ੍ਹਾਂ ਨਹੀਂ ਬਣੇ, ਆਪਾਂ ਪਖੰਡੀ ਹੈ। ਆਪਣਾ ਹਲੇ ਧਰਮ ਵਿਖਾਵਾ ਹੀ ਹੈ। ਕੋਈ ਕੁਝ ਕਹੀ ਜਾਵੇ,
ਅਸੀਂ ਪਖੰਡੀ ਆ, ਕਿਉਂਕਿ ਪੂਰਨ ਤੌਰ ਤੇ ਨਹੀਂ ਨਾ ਬਣੇ, ਅੱਧੇ ਹੈਗੇ ਆ ਅੱਧੇ ਨਹੀਂ ਆ, ਪਖੰਡੀ ਹੈ। ਅਸੀਂ ਪੂਰਨ ਤੌਰ ਤੇ ਧਰਮੀ ਨਹੀਂ ਬਣੇ, ਹੈ ਤਾਂ ਸਾਡਾ ਪਖੰਡ ਜਿਹਾ ਹੀ ਹੈ। ਪਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਕੋਲ ਬੱਚੇ ਆ ਵੀ ਮਾਲਕ ਤੋਂ ਬਿਨਾਂ ਕਿਸੇ ਪਾਸੇ ਜਾਣਾ ਨਹੀਂ, ਨਾ ਕੋਈ ਹੈ। ਸਾਡਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੁੰਦਾ। ਜਿਹੜੇ ਨਾਸਤਕ ਲੋਕ ਨੇ, ਜਿਨ੍ਹਾਂ ਨੇ ਇਹ ਕਹਿਤਾ ਵੀ ਪ੍ਰਮਾਤਮਾ ਨਾਮ ਦੀ ਕੋਈ ਚੀਜ਼ ਨਹੀਂ, ਕੋਈ ਹੋਂਦ ਨੂੰ ਨਹੀਂ ਮੰਨਦੇ, ਗੁਰੂ ਨੂੰ ਤਾਂ ਨਾ ਮੰਨਣਾ ਹੀ ਕੀ ਹੈ। ਪਰ ਉਹਨਾਂ ਦੇ ਵੀ ਸਾਰੇ ਕੰਮ ਹੋਈ ਜਾ ਰਹੇ ਨੇ, ਕੋਈ ਨਹੀਂ ਕੰਮ ਅਟਕਿਆ। ਮੈਨੂੰ ਦੱਸ ਦਿਓ ਵੀ ਇਹਨਾਂ ਦਾ ਅਟਕਿਆ। ਜਿਹੜੇ ਲੋਕ ਕੁਰਾਹੇ ਪਏ ਹੋਏ ਨੇ, ਆਪਾਂ ਨੂੰ ਸਭ ਨੂੰ ਪਤਾ ਹੈ, ਕਿਸੇ ਰੱਬ ਨੂੰ ਨਹੀਂ ਮੰਨਦੇ ਉਹ। ਤੇ ਜੇ ਉਹ ਪ੍ਰਮਾਤਮਾ ਨੂੰ ਨਹੀਂ ਮੰਨਦੇ, ਉਹਨਾਂ ਦੇ ਸਾਰੇ ਕੰਮ ਹੋਈ ਜਾ ਰਹੇ। ਗੁਰਮੁਖੋ ਤੁਸੀਂ ਤਾਂ ਮੰਨਣ ਵਾਲੇ ਹੋ, ਫਿਰ ਤੁਸੀਂ ਦੱਸੋ ਵੀ ਤੁਹਾਡਾ ਕੰਮ ਕਿਵੇਂ ਅਟਕੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਨਹੀਂ ਮੰਨਦੇ ਉਹਨਾਂ ਦਾ ਤਾਂ ਅਟਕਦਾ ਨਹੀਂ ਹੈ। ਰੱਬ ਨੂੰ ਮੰਨਦੇ ਨਹੀਂ, ਕਹਿੰਦੇ ਨਾ ਕਿਹੜਾ ਰੱਬ। ਤੇ ਅਸੀਂ ਤਾਂ ਫੇਰ ਵੀ ਥੋੜਾ ਜਿਹਾ ਮੰਨਦੇ ਹਾਂ ਨਾ, ਰੰਚਕ ਮਾਤਰ ਮੰਨਦੇ ਹਾਂ, ਹਜ਼ਾਰਵਾਂ ਹਿੱਸਾ ਮੰਨਦੇ ਤਾਂ ਹੈਗੇ। ਜਿਹੜਾ ਨਹੀਂ ਮੰਨਦਾ ਉਹਦੇ ਕੰਮ ਹੋਈ ਜਾ ਰਹੇ। ਫਿਰ ਆਪਾਂ ਨੂੰ ਕੀ ਲੋੜ ਹੈ ਵੀ ਸਾਡਾ ਕੰਮ ਅੜ ਗਿਆ ਜੀ, ਕੌਣ ਚਲਾਊਗਾ ਇਹ। ਇਸ ਕਰਕੇ ਇਸ ਪਾਸੇ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਜਿਹੜੀ ਉਹ ਉਹਨਾਂ ਦੇ ਪਿਤਾ ਜੀ ਨੇ ਬਣਵਾਈ ਹੈ। ਗੁਰੂ ਨਾਨਕ ਸਾਹਿਬ ਜੀ ਨਾ ਉਹਨੂੰ ਮੰਨਦੇ ਆ, ਨਾ ਉਹਨਾਂ ਨੇ ਆਪਣੇ ਪੁੱਤਰਾਂ ਦੀਆਂ ਬਣਵਾਈਆਂ। ਕਹਿੰਦਾ ਜੀ ਮੈਨੂੰ ਪਤਾ ਹੈ ਵੀ ਉਹ ਜਿਹੜਾ ਜਨਮ ਦਾ ਸਮਾਂ ਸੀ ਨਾ, ਉਹ ਜਨਮ ਪੱਤਰੀ ਲਿਖੀ ਗਈ ਸੀ, ਤਿਆਰ ਕਰਵਾਈ ਸੀ। ਕਾਲੂ ਨਾਨਕ ਜਨਕ ਜਨੀਜੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਹੈ ਕਲਿਆਣ ਚੰਦ ਮਹਿਤਾ ਜੀ, ਪਰ ਛੋਟਾ ਨਾਮ ਜਿਹੜਾ ਉਹਨਾਂ ਦਾ ਉਹ ਕਾਲੂ ਜਾਣਿਆ ਜਾਂਦਾ ਹੈ। ਕਾਲੂ ਜੀ ਕਰਕੇ ਜਾਣੇ ਜਾਂਦੇ ਹਨ ਪਿਤਾ ਜੀ। ਧਾਮ ਮਦ ਤਹਿ ਧਰੀ ਲਖੀਜੈ। ਤੇ ਜੇ ਬਣਾਈ ਹੈ ਫਿਰ ਉਹਨਾਂ ਦੇ ਘਰੇ ਜ਼ਰੂਰ ਹੋਵੇਗੀ। ਭਾ ਪਰਲੋਕ ਕਾਲ ਬਹੁ ਕਾਲੂ। ਦੇਖੋ ਹੁਣ ਕਿੰਨਾ ਸਮਾਂ ਹੋ ਗਿਆ ਕਿ ਸਤਿਗੁਰਾਂ ਜੀ ਦੇ ਪਿਤਾ ਜੀ ਪਰਲੋਕ ਗਮਨ ਕਰ ਚੁੱਕੇ ਹਨ। ਜੀਵਤ ਅਨੁਜ ਨਾਮ ਤਹਿ ਲਾਲੂ। ਹਾਂ, ਉਹਨਾਂ ਦੇ ਭਰਾ ਛੋਟੇ ਜਿਉਂਦੇ ਨੇ, ਜਿਨ੍ਹਾਂ ਦਾ ਨਾਮ ਹੈ ਲਾਲੂ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਾਚਾ ਜੀ। ਦੋਹਰਾ ਬਿਰਧ ਬੈਸ ਬਪ ਬਲ ਬਿਨਾ ਬੀਤੇ ਬਰਖ ਵਿਸਾਲ। ਕਿਉਂਕਿ ਉਮਰ ਉਹਨਾਂ ਦੀ ਵੀ ਕਾਫੀ ਹੋ ਚੁੱਕੀ ਹੈ, ਉਹ ਵੀ ਬਿਰਧ ਨੇ, ਉਹਨਾਂ ਦਾ ਵੀ ਸਰੀਰ ਦਾ ਬਲ ਹੁਣ ਕੰਮ ਨਹੀਂ ਕਰਦਾ। ਤਲਵੰਡੀ ਮਹਿ ਸਦਨ ਤਿਸ ਸੁਨਹੁ ਸਰੋਨ ਗੁਰ ਦਿਆਲ। ਮਹਾਰਾਜ ਰਹਿੰਦੇ ਉਹ ਹਾਲੇ ਉਸੇ ਘਰ ਦੇ ਵਿੱਚ ਹਨ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ। ਉੱਥੇ ਹੀ ਰਹਿ ਰਹੇ ਨੇ, ਉੱਥੇ ਹੀ ਵਾਸ ਹੈ ਉਹਨਾਂ ਦਾ। ਚੌਪਈ ਸ੍ਰੀ ਅੰਗਦ ਸੁਨ ਉਰ ਬਹੁ ਹਰਖਾ। ਗੁਰੂ ਅੰਗਦ ਦੇਵ ਜੀ ਮਹਾਰਾਜ ਬਹੁਤ ਖੁਸ਼ ਹੋਏ ਸੁਣ ਕੇ ਭਾਈ ਬਾਲਾ ਜੀ ਤੋਂ। ਪਰਮ ਪ੍ਰੇਮ ਜਯੋ ਜਲ ਧਰ ਬਰਖਾ। ਪ੍ਰੇਮ ਦੇ ਜਾਲ ਦੇ ਵਿੱਚ ਸਰਾਸਰ ਹੋ ਜਾਂਦੇ ਹਨ, ਮਾਨੋ ਪ੍ਰੇਮ ਦਾ ਮੀਂਹ ਪੈਣ ਲੱਗਿਆ। ਬੋਲੇ ਗਿਰਾ ਰਸਾਲ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਕਿਤ ਬਿਦ ਲੀਜੈ ਪਤਰੀ ਬਾਲਾ। ਕਹਿਣ ਲੱਗੀ ਬਾਲਿਆ ਗੱਲ ਸੁਣ, ਵੀ ਜੇ ਤੈਨੂੰ ਪਤਾ ਹੈ ਨਾ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਨਮ ਪੱਤਰੀ ਲਓ। ਕਿਉਂਕਿ ਪਹਿਲਾਂ ਸਾਨੂੰ ਜਨਮ ਬਾਰੇ ਪਤਾ ਹੋਵੇ, ਅਗਲੀ ਗੱਲ ਤਾਂ ਹੀ ਚੱਲਦੀ ਹੈ ਨਾ ਜੀ। ਬਈ ਉਹ ਜਨਮ ਪੱਤਰੀ ਜ਼ਰੂਰੀ ਹੈ, ਪਤਾ ਕਰੋ ਵੀ ਉਹਦੇ ਵਿੱਚ ਕੀ ਲਿਖਿਆ ਹੋਇਆ, ਕਿਹੜਾ ਸਮਾਂ। ਉਹ ਆਪਾਂ ਨੇ ਲੈਣੀ ਹੈ, ਆਪਾਂ ਨੂੰ ਚਾਹੀਦੀ ਹੈ। ਐਸਾ ਕੌਣ ਮੀਤ ਸਿੱਖ ਹੋਈ। ਇਹੋ ਜਿਹਾ ਮਿੱਤਰ ਕੋਈ ਸਿੱਖ ਹੋਵੇ, ਪਤਰੀ ਕੋ ਦਰਸਾਵੈ ਜੋਈ। ਜਿਹੜਾ ਭਾਈ ਉੱਥੋਂ ਲਿਆ ਕੇ ਸਾਨੂੰ ਦਿਖਾਵੇ। ਬਾਲਾ ਕਹੈ ਖੋਜ ਜੋ ਕੀਜੈ। ਭਾਈ ਬਾਲਾ ਜੀ ਕਹਿਣ ਲੱਗੇ, ਤੋ ਨਿਹਚੈ ਪਤਰੀ ਕਰ ਲੀਜੈ। ਕਹਿੰਦਾ ਮਹਾਰਾਜ ਵੀ ਐਸਾ ਤਾਂ ਕੁਝ ਨਹੀਂ ਹੈ, ਜੇ ਤੁਹਾਡਾ ਮਨ ਹੈ ਤਾਂ ਫਿਰ ਇਹ ਤਾਂ ਹੋ ਨਹੀਂ ਸਕਦਾ ਵੀ ਪੱਤਰੀ ਨਾ ਆਵੇ। ਤੁਹਾਡਾ ਤਾਂ ਕੋਈ ਕੰਮ ਅਟਕਦਾ ਨਹੀਂ ਨਾ, ਤੁਹਾਡਾ ਕਾਰਜ ਹੈ ਮਹਾਰਾਜ। ਜੇ ਤੁਹਾਡੀ ਇੱਛਾ ਹੈ
ਤਾਂ ਜ਼ਰੂਰ ਪਹੁੰਚੇਗੀ ਤੁਹਾਡੇ ਕੋਲ। ਲਾਲੂ ਆਲੈ ਮਿਲ ਕਰ ਤਾਸੂ। ਮਿਲ ਕੇ ਚਾਚਾ ਲਾਲੂ ਜੀ ਨੂੰ ਘਰੇ ਗੁਰੂ ਨਾਨਕ ਸਾਹਿਬ ਜੀ ਦੇ ਕੁਝ ਵਾਵੈ ਜਬ ਤਹਿ ਕੇ ਪਾਸੂ। ਉਹਨਾਂ ਦੇ ਕੋਲੋਂ ਫਿਰ ਲਵਾ ਲਵੇ, ਲੱਭ ਲਵੇ। ਤੋ ਕਰ ਆਵੈ ਪਠਵੈ ਕੋਈ। ਫਿਰ ਉਹ ਆ ਜਾਵੇ ਤੇ ਪੜਨ ਵਾਲਾ ਹੋਵੇ ਕੋਈ। ਤੇਰੋ ਪੂਰ ਮਨੋਰਥ ਹੋਈ। ਸਤਿਗੁਰੂ ਜੀ ਤੁਸੀਂ ਦਰਸ਼ਨ ਕਰੋ, ਤੁਹਾਡਾ ਜਿਹੜਾ ਮਨੋਰਥ ਹੈ ਪੂਰਾ ਹੋਵੇਗਾ। ਦੋਹਰਾ ਤੇਰੇ ਅੰਗਦ ਭਾਗੀ ਗਿਰਾ ਹੋਵੈ ਤੁਮ ਤੇ ਕਾਮ। ਜਦੋਂ ਭਾਈ ਬਾਲਾ ਜੀ ਕਹਿਣ ਲੱਗੇ ਮੈਂ ਕੋਈ ਸਿੱਖ ਕਰੂ, ਸਤਿਗੁਰੂ ਜੀ ਕਹਿੰਦੇ ਵੀ ਤੇਰੇ ਤੋਂ ਵੱਧ ਕੌਣ ਕਰੂਗਾ, ਤੂੰ ਉਸ ਨਗਰ ਦਾ ਹੈ, ਨਾਲ ਰਹਿਣਾ ਹੈ, ਇਹ ਤੇਰੇ ਤੋਂ ਬਿਨਾਂ ਨਹੀਂ ਹੋਣਾ। ਇਸ ਕਰਕੇ ਬਾਲਿਆ ਇਹ ਕੰਮ ਭਾਈ ਤੈਨੂੰ ਕਰਨਾ ਪੈਣਾ। ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਵਾਪਸ ਤਲਵੰਡੀ ਭੇਜਣ ਦੀ ਤਿਆਰੀ ਕਰ ਰਹੇ ਨੇ। ਤੇ ਜਿਵੇਂ ਭਾਈ ਬਾਲਾ ਜੀ ਗਏ, ਜਨਮ ਪੱਤਰੀ ਲੈ ਕੇ ਆਏ, ਉਹ ਪ੍ਰਕਰਣ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਏ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਏ ਅਪਰੰਪਰ ਹਰ ਹਰੇ ਹਾਇ ਪੀ ਹੋਵਨ ਹਾਰ। ਏ ਸੰਤਹਿ ਕੈ ਸਦਾ ਸੰਗ ਨਿਧਾਰਾਇਆ। ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ। ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਣ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ। ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਸਮੂਹ ਸੰਗਤਾਂ ਦੇ